ਜੀਵਨ ਨੂੰ ਜਿਉਣ ਦੇ ਕਿੰਨੇ ਸਾਰੇ ਹੁਨਰ ਨੇ, ਪਰ ਜਦੋਂ ਇਹ ਹੁਨਰ ਸਾਨੂੰ ਪੜ੍ਹਦਿਆਂ ਨੂੰ ਸਿਖਾ ਦਿੱਤੇ ਜਾਂਦੇ ਨੇ ਨਾ ਵਿਦਿਆਰਥੀ ਜੀਵਨ ਦੇ ਵਿੱਚ, ਫਿਰ ਗਾਂ ਵਾਲਾ ਜੀਵਨ ਥੋੜਾ ਸੌਖਾ ਲੰਘ ਜਾਂਦਾ ਹੈ। स्वागत जी आया नू प्रोग्राम गल्लां ते गीत। मैं वरुण कौर मान। साडा अज दा विशा भी यही है कि 21वीं सदी दे विच विद्यार्थियां दे लई किहड़े जीवन हुनर ने, जिन्हों आपां अंग्रेजी दे विच लाइफ स्किल्स भी कहदे ने। स्किल तां हरेक जगह ही आपां सुणदे आ ना, सो इदां ही हुनर भी असीं हरेक जगह सुणदे आ। ਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ 'ਚ ਨੇ ਡਾਕਟਰ ਜਸਦੀਪ ਕੌਰ, ਜਿਹੜੇ ਕਿ ਅਸਿਸਟੈਂਟ ਪ੍ਰੋਫੈਸਰ ਨੇ। ਨਾਲ ਦੇ ਨਾਲ ਇਹਨਾਂ ਨੇ ਜਿਹੜੀ PhD ਵੀ ਕੀਤੀ ਆ, ਇਹਨਾਂ ਦੀ ਜਿਹੜੀ PhD ਦਾ ਵਿਸ਼ਾ ਵੀ ਰਿਹਾ ਆ। ਇਹਨਾਂ ਨੇ ਸਾਰਾ ਕੰਮ ਨਾ ਸਟੂਡੈਂਟਸ ਦੀ ਐਜੂਕੇਸ਼ਨ ਦੇ ਉੱਪਰ ਕੀਤਾ ਹੈ। ਇਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਹੈ ਬੱਚਿਆਂ ਦੇ ਹੁਨਰ ਦੇ ਵਿਕਾਸ ਦੇ ਉੱਤੇ। ਇਹਨਾਂ ਨੂੰ 2 ਵਾਰ ਨੈਸ਼ਨਲ ਅਵਾਰਡ ਵੀ ਮਿਲਿਆ ਹੈ NCERT ਵੱਲੋਂ। ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਤੁਸੀਂ ਇੱਕ ਪ੍ਰੋਫੈਸਰ ਹੋ ਤੇ ਮਤਲਬ ਸਾਰਾ ਦਿਨ ਤੁਹਾਡਾ ਬੱਚਿਆਂ ਦੇ ਨਾਲ ਵਿਚਰਨਾ ਹੈ ਕਿ ਤੁਸੀਂ ਸਾਰਾ ਦਿਨ ਉਹਨਾਂ ਨੂੰ ਕੰਮ ਕਰਦੇ ਦੇਖਦੇ ਹੋ। ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜਾ ਹੁਨਰ ਬੱਚੇ 'ਚ ਚਾਹੀਦਾ, ਕਿਹੜਾ ਨਹੀਂ ਚਾਹੀਦਾ। ਲੇਕਿਨ ਸਭ ਤੋਂ ਪਹਿਲਾਂ ਕਹਿੰਦੇ ਨਾ ਕਿ ਲਾਈਫ ਸਕਿੱਲ ਇੱਦਾਂ ਹੋਵੇ, ਲਾਈਫ ਸਕਿੱਲ ਉੱਦਾਂ ਹੋਵੇ, ਜੀਵਨ ਹੁਨਰ ਇੱਦਾਂ ਹੋਵੇ, ਉੱਦਾਂ ਹੋਵੇ। ਪਰ ਹੋਵੇ ਕੀ, ਉਹ ਹੈ ਕੀ ਹੈ? जीवन हुनर लाइफ स्किल एक ऐसी योग्यता है, ऐसी एबिलिटी है कि किसी भी इंडिविजुअल विच होनी बहुत ज़रूरी है जी, जिस दे नाल वो अपनी जिंदगी नू सक्सैसफुली जी सकते हैं, अपने जीवन के चैलेंजेस नू फेस कर सकते हैं। इट कैन बी एनीथिंग। टाइम मैनेजमेंट भी लाइफ स्किल है, जिन्होंने असी समा प्रबंधन कहते हैं। प्रॉब्लम सॉल्विंग, अपनी समस्या का हल ढूंढना भी एक लाइफ स्किल है। डिसीजन मेकिंग, अपने फैसले लेना भी एक लाइफ स्किल है। इफेक्टिव कम्यूनिकेशन स्किल्स, एंपैथी जिन्होंने असी हमदर्दी कहते हैं, वो भी एक लाइफ स्किल है। ये सारियां लाइफ स्किल्स किसी भी जाति, किसी भी प्रोफैशन के बंदे वास्ते बहुत ज़्यादा जरूरी है। जिस तरह असी किसी डॉक्टर कोल जाते हैं, असी कहते हैं उस डॉक्टर ने मैनू प्यार नाल गल नहीं की, मैं इहदे कोल नहीं जाना, तो फलाने डॉक्टर नाल मेरे इन्ने प्यार नाल गल की कि मेरी अद्धी बीमारी तो इंज ही दूर होगी। तो कम्यूनिकेशन इज ऑल्सो अ लाइफ स्किल। सो सब वास्ते जरूरी है। कोई भी थोड़ा ढंग तरीका कह लो है ना, किसी भी नाल गल करन दा, जां जिंदगी च जिहड़ियां निक्कियां निक्कियां चीज़ां चो भी आपां विजरदे आ, वो सारे हुनर ही ने जी। बिल्कुल। अजकल स्ट्रैस कितना है, छोटे तो छोटे बच्चे नूं स्ट्रैस है, तनाव, अपने नैगेटिव इमोशनस, अपनियां नकारात्मक भावनावां नूं हैंडल करना, नूं नजिठना भी एक लाइफ स्किल है। जदों असीं गल करदे आ लाइफ स्किल जी, ਇਹ ਕੋਈ ਨਿਰਧਾਰਿਤ ਕਰਦਾ ਇਹਨਾਂ ਨੂੰ, ਜਾਂ ਕਹਿੰਦੇ ਨਾ ਕਿ WHO ਨੇ ਵੀ ਸ਼ਾਇਦ ਇਸ ਵਾਰੀ ਕੋਈ ਜਾਰੀ ਕੀਤੀਆਂ? ਬਿਲਕੁਲ ਠੀਕ ਕਿਹਾ ਤੁਸੀਂ। ਜਿਤਨੀਆਂ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀਆਂ ਜਿੰਨੀਆਂ ਸੰਸਥਾਵਾਂ ਨੇ, ਲਾਈਕ ਯੂਨੀਸੈਫ, ਯੂਨੈਸਕੋ ਤੇ ਨਾਲ WHO, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ 10 ਕੋਰ ਲਾਈਫ ਸਕਿੱਲਸ ਦਿੱਤੀਆਂ ਜਿਹੜੀਆਂ ਹਰ ਇੰਡੀਵਿਜੂਅਲ ਵਿੱਚ ਹੋਣੀਆਂ ਚਾਹੀਦੀਆਂ ਨੇ। ਤੇ ਉਹ ਇਹ ਰეკਮੈਂਡ ਕਰਦੇ ਆ ਸਕੂਲਸ ਵਿੱਚ ਕਿ ਬੱਚਿਆਂ ਨੂੰ ਵਿਦਿਆ ਦੁਆਰਾ, ਐਜੂਕੇਸ਼ਨ ਦੁਆਰਾ ਇਹ ਲਾਈਫ ਸਕਿੱਲਸ ਸਿਖਾਈਆਂ ਜਾਣ। ਤੇ ਉਹ ਲਾਈਫ ਸਕਿੱਲਸ ਉਹਨਾਂ ਨੇ 3 ਕੈਟਾਗਰੀਜ਼, 3 ਸ਼੍ਰੇਣੀਆਂ ਵਿੱਚ ਵੀ ਵੰਡੀਆਂ ਹਨ। ਪਹਿਲੀ ਹੈ ਥਿੰਕਿੰਗ ਸਕਿੱਲਸ, ਜਿਨ੍ਹਾਂ ਨੂੰ ਅਸੀਂ ਸੋਚਣ ਦਾ ਹੁਨਰ ਕਹਿੰਦੇ ਹਾਂ। ਸੈਕੰਡ ਹੈ ਸੋਸ਼ਲ ਸਕਿੱਲਸ, ਸਮਾਜਿਕ ਹੁਨਰ। ਤੇ ਤੀਸਰਾ ਹੈ ਇਮੋਸ਼ਨਲ ਸਕਿੱਲਸ, ਭਾਵਨਾਤਮਕ ਹੁਨਰ। ਤੇ ਉਹਨਾਂ ਨੇ ਫਸਟ ਜਿਹੜਾ ਥਿੰਕਿੰਗ ਸਕਿੱਲਸ ਹੈ, ਉਹਦੇ ਵਿੱਚ ਪ੍ਰੋਬਲਮ ਸੋਲਵਿੰਗ, ਮਤਲਬ ਆਪਣੀ ਜ਼ਿੰਦਗੀ ਦੇ ਮਸਲਿਆਂ, ਸਮੱਸਿਆਵਾਂ ਨੂੰ ਹੱਲ ਕਰਨਾ ਆਉਣਾ ਚਾਹੀਦਾ ਹੈ। दूसरा डिसीजन मेकिंग, ਤੁਹਾਨੂੰ ਪਤਾ ਹੈ ਜ਼ਿੰਦਗੀ ਵਿੱਚ ਕਿੰਨੇ ਹੀ ਫੈਸਲੇ ਲੈਣੇ ਪੈਂਦੇ ਆ, ਤੇ ਉਹਨਾਂ ਨੇ ਡਿਸੀਜਨ ਮੇਕਿੰਗ ਨੂੰ, ਫੈਸਲੇ ਲੈਣ ਨੂੰ ਵੀ ਥਿੰਕਿੰਗ ਸਕਿੱਲਸ ਦਾ ਇੱਕ ਹਿੱਸਾ ਬਣਾਇਆ ਹੈ ਜੀ। ਉਸ ਤੋਂ ਬਾਅਦ ਕ੍ਰਿਟੀਕਲ ਥਿੰਕਿੰਗ, ਜਿਸ ਨੂੰ ਅਸੀਂ ਕਹਿੰਦੇ ਆ ਆਲੋਚਨਾਤਮਕ ਸੋਚ, ਆਲੋਚਨਾ ਕਰਨ ਦੀ ਸ਼ਕਤੀ, ਰਚਨਾਤਮਕ ਸੋਚ, ਕ੍ਰੀਏਟੀਵਿਟੀ, ਇਹ ਚਾਰੋਂ ਉਹਨਾਂ ਨੇ ਲਾਈਫ ਸਕਿੱਲਸ ਥਿੰਕਿੰਗ ਸਕਿੱਲਸ ਵਿੱਚ ਪਾਈਆਂ। ਅੱਛਾ ਜੀ। ਸੈਕੰਡ ਕੈਟਾਗਰੀ ਹੈ ਸਮਾਜਿਕ ਸਕਿੱਲਸ, ਸੋਸ਼ਲ ਸਕਿੱਲਸ। ਸਭ ਤੋਂ ਪਹਿਲੇ सेल्फ अवेयरनेस, मतलब स्वै जागरूकता, अपने बारे है ना, अपने बारे जानकारी, सानू दूजियां बारे ज्यादा पता, अपने बारे कुछ भी नहीं पता। देन हमदर्दी, एम्पैथी, दैट इज द सेकंड सोशल स्किल। ਇਹ ਹਮਦਰਦੀ ਸਕਿੱਲ ਕਿੱਦਾਂ ਹੋ ਸਕਦੀ ਹੈ ਜੀ? ਜਿੱਦਾਂ ਅਸੀਂ ਕਹਿੰਦੇ ਨਾ, ਦੂਜੇ ਦਾ ਦਰਦ ਸਮਝਣਾ, ਆਪਣੇ ਆਪ ਨੂੰ ਦੂਜੇ ਦੀ ਜਗ੍ਹਾ ਮਹਿਸੂਸ ਕਰਨਾ, ਉਹਦੇ ਜਗ੍ਹਾ ਜਾ ਕੇ ਪੁੱਟਿੰਗ ਯੋਰਸੈਲਫ ਇਨ ਅਦਰ ਪਰਸਨਸ ਸ਼ੂਜ਼, that is empathy। मतलब कि अपने आप ਨੂੰ ਉਹਦੇ ਥਾਂ ਤੇ ਰੱਖ ਕੇ ਸੋਚੋ ਕਿ ਉਹਨੂੰ ਕਿੰਨਾ ਦਰਦ ਹੈ, ਤੇ ਉਹ ਇੱਕ ਸਕਿੱਲ ਆ, ਹੈ ਨਾ। ਬਿਲਕੁਲ ਬਿਲਕੁਲ, ਇੱਕ ਬਹੁਤ ਅੱਛੀ ਲਾਈਫ ਸਕਿੱਲ ਹੈ, ਜਿਹਨੂੰ ਅਸੀਂ ਜੇ ਸਾਡੇ ਵਿੱਚ ਹੋਵੇ ਜਾਂ ਕਿਸੇ ਬੱਚੇ 'ਚ ਹੋਵੇ, ਤੇ ਉਹਦੇ ਬਹੁਤ ਪੋਜ਼ਿਟਿਵ ਰਿਲੇਸ਼ਨਸ਼ਿਪਸ ਹੋ ਜਾਂਦੇ। ਕਿਉਂਕਿ ਯੂਜੂਅਲੀ ਅੱਜ ਕੱਲ੍ਹ ਜਿਹੜੇ ਰਿਲੇਸ਼ਨਸ਼ਿਪ ਇਸ਼ੂਜ਼ ਹੈ, ਇਸ ਲਈ ਕਿ ਅਸੀਂ ਦੂਸਰੇ ਦਾ ਪੁਆਇੰਟ ਆਫ ਵਿਊ ਨਹੀਂ ਸਮਝਦੇ। ਬਿਲਕੁਲ।
ਤੇ ਥਰਡ ਲਾਈਫ ਸਕਿੱਲਸ ਇਫੈਕਟਿਵ ਕਮਿਊਨੀਕੇਸ਼ਨ, ਟੂ ਕਮਿਊਨੀਕੇਟ, ਆਪਣੇ ਵਿਊਜ਼ ਨੂੰ ਅੱਗੇ ਰੱਖਣਾ ਦੂਜੇ ਦੀ ਬੇਇੱਜ਼ਤੀ ਕਰਦੇ ਬਗੈਰ, ਦੂਜੇ ਦਾ ਨਿਰਾਦਰ ਕੀਤੇ ਬਗੈਰ, ਦੈਟ ਇਜ਼ ਆਲਸੋ ਅ ਲਾਈਫ ਸਕਿੱਲ। ਇਹਨਾਂ ਸਾਰੀਆਂ ਤੁਹਾਨੂੰ ਲੱਗਦਾ ਹੈ ਨਾ ਕਿ ਜੇ ਮੈਨੂੰ ਆਪਣੇ ਬਾਰੇ 'ਚ ਪਤਾ ਹੈ, ਮੈਂ ਦੂਜੇ ਨਾਲ ਹਮਦਰਦੀ ਕਰ ਰਹੀ ਹਾਂ, ਇਫੈਕਟਿਵਲੀ ਕਮਿਊਨੀਕੇਟ ਕਰ ਰਹੀ ਹਾਂ, ਤਾਂ ਆਬਵੀਅਸਲੀ ਰਿਲੇਸ਼ਨਸ਼ਿਪ ਤੇ ਮੇਰਾ ਸਟਰੋਂਗ ਹੋਏਗਾ। ਤੁਹਾਡੀ ਬੋਲਬਾਣੀ ਜਿਹੜੀ ਹੈ ਤਾਂ ਹੀ ਸ਼ਾਇਦ ਬੱਚਿਆਂ ਦੇ ਵਿੱਚ ਭਾਸ਼ਣ ਮੁਕਾਬਲੇ ਹੁੰਦੇ ਨੇ ਸਕੂਲਾਂ ਦੇ ਵਿੱਚ। ਬਿਲਕੁਲ ਬਿਲਕੁਲ ਸਹੀ। ਅਸੀਂ ਉਸ ਤੇ ਆਵਾਂਗੇ ਕਿ ਕਿਹੜੀਆਂ ਚੀਜ਼ਾਂ, ਕਿਹੜੀਆਂ ਸਟ੍ਰੈਟਜੀਜ਼ ਫੋਲੋ ਕੀਤੀਆਂ ਜਾ ਸਕਦੀਆਂ ਬੱਚਿਆਂ ਵਿੱਚ ਲਾਈਫ ਸਕਿੱਲਸ ਪੈਦਾ ਕਰਨ ਲਈ। ਤੇ ਥਰਡ ਕੈਟੇਗਰੀ ਇਜ਼ ਇਮੋਸ਼ਨਲ ਸਕਿੱਲਸ, ਜਿਸ ਨੂੰ ਅਸੀਂ ਭਾਵਨਾਤਮਕ ਹੁਨਰ ਕਹਿੰਦੇ ਹਾਂ। ਮਤਲਬ ਆਪਣੇ ਨੈਗੇਟਿਵ ਇਮੋਸ਼ਨਸ, ਲਾਈਕ ਅੱਜਕੱਲ ਬੱਚਿਆਂ 'ਚ ਕਿਤਨਾ ਐਂਗਰ, ਫਰਸਟ੍ਰੇਸ਼ਨ, ਐਂਗਜ਼ਾਇਟੀ, ਡਿਪਰੈਸ਼ਨ ਦੇ ਕਿੰਨੇ ਕੇਸਿਸ ਹੈ, ਬੱਚੇ ਕਿਉਂ ਵੱਡਿਆਂ ਵਿੱਚ ਵੀ ਹੈ। ਮਤਲਬ ਉਹਨਾਂ ਨੈਗੇਟਿਵ ਇਮੋਸ਼ਨਸ ਨੂੰ ਨਜਿੱਠਣ ਲਈ, ਨਾਲ ਆਪਣੇ ਸਟ੍ਰੈਸ ਨੂੰ ਨਜਿੱਠਣ ਲਈ ਜਿਹੜਾ ਇੱਕ ਸਕਿੱਲ ਚਾਹੀਦਾ ਹੈ, ਕੋਪਿੰਗ ਅਪ ਵਿਦ ਸਟ੍ਰੈਸ ਐਂਡ ਕੋਪਿੰਗ ਅਪ ਵਿਦ ਇਮੋਸ਼ਨਸ, ਦੈਟ ਇਜ਼ ਆਲਸੋ ਅ ਵੈਰੀ ਇੰਪੋਰਟੈਂਟ ਲਾਈਫ ਸਕਿੱਲ। ਬਹੁਤ ਇੰਪੋਰਟੈਂਟ, ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਜੀਵਨ ਹੁਨਰ, ਕਿਉਂਕਿ ਤੁਸੀਂ ਕਿਹਾ ਨਾ ਕਿ ਨੈਗੇਟਿਵਿਟੀ ਬੱਚਿਆਂ ਦੇ ਵਿੱਚ। ਮੈਂ ਕਿਸੇ ਦੀ ਇੱਥੇ ਡੀਡੀ ਪੰਜਾਬੀ 'ਚ ਇੰਟਰਵਿਊ ਕੀਤੀ ਸੀਗੀ, ਉਹ ਦੱਸ ਰਹੇ ਸੀਗੇ ਕਿ ਨਰਸਰੀ ਕਲਾਸ ਦੇ ਬੱਚੇ ਇੱਕ ਦੂਸਰੇ ਨੂੰ ਖਰੂੰਡ ਮਾਰਦੇ ਨੇ। ਬਿਲਕੁਲ, ਉਹ ਸਾਈਕੋਲੋਜੀ ਦੇ ਨੇ ਕਿਸੇ ਸਕੂਲ ਦੇ ਵਿੱਚ, ਕਿ ਇੰਨਾ ਜ਼ਿਆਦਾ ਬੱਚਿਆਂ ਦੇ ਅੰਦਰ ਗੁੱਸਾ ਭਰ ਗਿਆ, ਨਰਸਰੀ ਦੇ ਬੱਚਿਆਂ ਦੇ ਅੰਦਰ ਡਿਪਰੈਸ਼ਨ, ਜੋ ਅਸੀਂ ਆਪਣੇ ਬਚਪਨ 'ਚ ਸੋਚ ਵੀ ਨਹੀਂ ਸੀ ਸਕਦੇ, ਸਾਨੂੰ ਪਤਾ ਹੀ ਨਹੀਂ ਸੀ। ਇਹ ਜਿਹੜੇ ਹੁਨਰ ਨੇ ਵੱਖਰੇ ਵੱਖਰੇ ਵੀ ਤੁਸੀਂ ਦੱਸਿਆ, ਜਾਂ ਹੋਰ ਵੀ ਜੀਵਨ ਹੁਨਰ ਆ, ਇਹ ਮੁੱਖ ਤੌਰ ਤੇ ਨਿਰਧਾਰਿਤ ਕੌਣ ਕਰਦਾ? WHO ਵਗੈਰਾ? ਨਹੀਂ ਜੀ, WHO ਜਿਸ ਤਰ੍ਹਾਂ ਤੁਹਾਨੂੰ ਦੱਸਿਆ, UNESCO, UNICEF, WHO ਨੇ ਇੱਕ ਕੋਰ ਲਾਈਫ ਸਕਿੱਲਸ ਦੇ ਤੇ ਜਿਹੜੇ 10 ਆਪਾਂ ਗੱਲ ਕੀਤੀ। ਬਟ ਇਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਨਰਸਰੀ ਦੇ ਬੱਚਿਆਂ ਵਿੱਚ ਵੀ ਬਹੁਤ ਗੁੱਸਾ ਹੈ, ਬਹੁਤ ਸਾਰੇ ਇਹੋ ਜਿਹੇ ਲਾਈਫ ਸਕਿੱਲਸ ਹੈ ਜਿਹੜੇ ਅਸੀਂ ਰਾਈਟ ਫਰੋਮ ਦ ਬਿਗਨਿੰਗ ਬੱਚਿਆਂ ਵਿੱਚ ਪੈਦਾ ਕਰ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਕਹਿੰਦੇ ਨਾ, ਕੈਚ them when they are young। ਮਤਲਬ ਜਦੋਂ ਇੱਕ ਬੱਚਾ 1.5 ਸਾਲ ਤੋਂ ਲੈ ਕੇ 5 ਸਾਲ ਦੀ ਉਮਰ ਤੱਕ ਕਿਹਾ ਜਾਂਦਾ ਕਿ ਫਾਸਟੈਸਟ ਲਰਨਿੰਗ ਹੁੰਦੀ ਹੈ ਉਸ ਪੀਰੀਅਡ ਵਿੱਚ, ਫਟਾਫਟ ਤੇਜ਼। ਬਿਲਕੁਲ 90% ਲਰਨਿੰਗ ਬੱਚੇ ਦੀ 5 ਸਾਲ ਦੀ ਉਮਰ ਤੱਕ ਹੋ ਜਾਂਦੀ ਹੈ। ਤੇ ਮਤਲਬ ਜੇ ਤੁਸੀਂ ਉਹਦੇ ਵਿੱਚ ਕੋਈ ਪੋਜ਼ਿਟਿਵ ਲਾਈਫ ਸਕਿੱਲ ਜਾਂ ਪੋਜ਼ਿਟਿਵ ਐਟੀਟਿਊਡ ਪੈਦਾ ਕਰਨਾ ਚਾਹੁੰਦੇ ਹੋ, ਦੈਟ ਇਜ਼ ਦ ਬੈਸਟ ਟਾਈਮ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਬੱਚੇ ਇੱਕ ਦੂਜੇ ਨੂੰ ਖਰੇਂਡ ਮਾਰਦੇ ਕਿਉਂ? ਕਿਉਂਕਿ ਜੇ ਮੰਨ ਲਓ ਕੋਈ ਇੱਕ ਬੱਚਾ ਝੂਟੇ ਤੇ ਚੜਿਆ ਤੇ ਦੂਜਾ ਕਹਿੰਦਾ ਮੈਂ ਪਹਿਲੇ ਚੜੂੰਗਾ, ਤੇ ਉਹਦੇ ਵਿੱਚ ਪੇਸ਼ੈਂਸ ਨਹੀਂ ਹੈ, ਇੰਨਾ ਧੀਰਜ ਨਹੀਂ ਕਿ ਆਪਣੀ ਟਰਨ ਦੀ ਵੇਟ ਕਰਨ। ਤੇ ਇਸ ਤਰ੍ਹਾਂ ਇੱਕ ਟੀਚਰ ਉਹਨਾਂ ਨੂੰ ਕੀ ਕਰ ਸਕਦਾ ਕਿ ਤੁਸੀਂ ਆਪਣੀ ਵਾਰੀ ਦੀ ਵੇਟ ਕਰਨੀ ਹੈ, ਧੀਰਜ ਪੈਦਾ ਕੀਤਾ ਜਾ ਸਕਦਾ, ਜਿਹੜੀ ਇੱਕ ਬਹੁਤ ਇੰਪੋਰਟੈਂਟ ਲਾਈਫ ਸਕਿੱਲ ਹੈ। ਜਿਸ ਤਰ੍ਹਾਂ ਅਸੀਂ ਹਮਦਰਦੀ ਦੀ ਗੱਲ ਕੀਤੀ, ਐਮਪੈਥੀ ਥੀ। ਬਿਲਕੁਲ, ਅਗਰ ਕਲਾਸ ਦਾ ਕੋਈ ਹੋਰ ਬੱਚਾ ਰੋ ਰਿਹਾ ਹੈ, ਉਸਨੂੰ ਕੋਈ ਪ੍ਰੋਬਲਮ ਹੈ, ਤੇ ਇਟ ਇਜ਼ ਦ ਡਿਊਟੀ ਆਫ ਦ ਟੀਚਰ ਕਿ ਉਹਨੂੰ ਕਿਹਾ ਜਾਵੇ ਕਿ ਤੂੰ ਉਸ ਬੱਚੇ ਨੂੰ ਜਾ ਕੇ ਚੁੱਪ ਕਰਵਾ, ਉਹਦੀ ਗੱਲ ਸੁਣ। ਕਿਉਂਕਿ ਜਿਤਨੀ ਅਸੀਂ ਆਪਣੇ ਉਮਰ ਦੇ ਬੱਚਿਆਂ ਨਾਲ, ਬੰਦਿਆਂ ਨਾਲ ਖੁੱਲਦੇ ਹਾਂ, ਉਨਾ ਵੱਡੇ ਨਾਲ ਸ਼ਾਇਦ ਨਹੀਂ ਖੁੱਲ ਪਾਉਂਦੇ। ਇਹ ਸੋਚਣ ਦਾ ਹੁਨਰ, ਇਹ ਮੈਂ ਜਦੋਂ ਪੜ੍ਹ ਰਹੀ ਸੀ ਤੇ ਸੋਚਣ ਦਾ ਵੀ ਹੁਨਰ ਹੁੰਦਾ ਜੀ। ਬਿਲਕੁਲ, ਥਿੰਕਿੰਗ ਸਕਿੱਲਸ, ਜਿਨ੍ਹਾਂ ਨੂੰ ਅੱਜ ਕੱਲ ਹਾਇਰ ਆਰਡਰ ਥਿੰਕਿੰਗ ਸਕਿੱਲਸ ਵੀ ਕਹਿੰਦੇ ਆ ਅਸੀਂ, ਉੱਚ ਕੋਟੀ ਦੇ ਥਿੰਕ ਕਰਨ ਦੇ ਆ, ਸੋਚਣ ਦਾ ਹੁਨਰ। ਹੌਟਸ ਕੁਐਸਚਨਸ ਹੁੰਦੇ ਨੇ ਬੱਚਿਆਂ ਦੀ ਬੁੱਕਸ ਦੀ ਐਟ ਦੀ ਐਂਡ ਆਫ ਦ ਲੈਸਨ, ਆ ਕਿਉਂ ਹੋਇਆ, ਇਦਾਂ ਕਿਉਂ ਹੋਇਆ, ਰੀਜ਼ਨਿੰਗ, ਮੰਮੀ ਇਦਾਂ ਕਿਉਂ ਆ। ਬਿਲਕੁਲ ਬਿਲਕੁਲ ਸਹੀ। ਜਿੱਦਾਂ ਅਸੀਂ ਕੋਈ ਪ੍ਰੋਬਲਮ ਸੋਲਵ ਕਰਨੀ ਹੈ, ਅਸੀਂ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹਾਂ ਕਿ ਅਸੀਂ ਬੱਚਿਆਂ 'ਚ ਪ੍ਰੋਬਲਮ ਸੋਲਵਿੰਗ ਕਿੰਨੀ ਇੰਪੋਰਟੈਂਟ ਹੈ। ਕੋਈ ਸਮੱਸਿਆ ਸੋਲਵ ਕਰਨਾ, ਲਾਈਫ ਇਜ਼ ਫੁੱਲ ਆਫ ਪ੍ਰੋਬਲਮਸ, ਬਹੁਤ ਜ਼ਿਆਦਾ, ਔਰ ਇਹ ਨਹੀਂ ਕਿ ਬਹੁਤ ਬੜੀ ਪ੍ਰੋਬਲਮਸ, ਛੋਟੀਆਂ ਵੀ ਹੁੰਦੀਆਂ। ਜਿਸ ਤਰ੍ਹਾਂ ਮੰਨ ਲਓ ਇੱਕ +2 ਦੇ ਸਟੂਡੈਂਟ ਵਾਸਤੇ ਤੇ ਇਹੀ ਪ੍ਰੋਬਲਮ ਹੈ ਕਿ ਮੈਂ +2 ਤੋਂ ਬਾਅਦ ਕੀ ਕਰਾਂ। ਮੰਨ ਲਓ ਇੱਕ ਬੱਚੇ ਨੇ 12ਵੀਂ ਦੇ ਬੱਚੇ ਨੇ ਨਾਨ ਮੈਡੀਕਲ ਲਿੱਤਾ ਤੇ ਉਹਨੂੰ ਇੰਜੀਨੀਅਰਿੰਗ ਕਾਲਜ ਵਿੱਚ ਐਡਮਿਸ਼ਨ ਨਹੀਂ ਮਿਲਿਆ, ਤੇ ਉਹਦੇ ਸਾਹਮਣੇ 3 ਆਪਸ਼ਨਸ ਨੇ, 3 ਵਿਕਲਪ ਨੇ। ਉਹ BSc MSc ਕਰਕੇ ਟੀਚਰ ਬਣ ਸਕਦਾ, B.Ed ਕਰਕੇ। ਸੈਕਿੰਡ ਆਪਸ਼ਨ ਹੈ ਕਿ ਉਹ ਕੈਨੇਡਾ ਜਾ ਸਕਦਾ, ਜੋ ਸਭ ਤੋਂ ਈਜ਼ੀਐਸਟ ਹੈ ਅੱਜਕੱਲ, ਜੋ ਮੰਨ ਰਹੇ ਲੋਕ। ਹਾਂਜੀ। ਥਰਡ ਆਪਸ਼ਨ ਹੈ ਕਿ ਉਹ ਆਪਣਾ ਕੋਈ ਬੈਂਕ ਦਾ ਪੇਪਰ ਕਲੀਅਰ ਕਰਕੇ ਬੈਂਕਰ ਬਣ ਸਕਦਾ ਹੈ, ਬਟ ਹੀ ਇਜ਼ ਸਟਕ, ਉਹਨੂੰ ਸਮਝ ਹੀ ਨਹੀਂ ਆ ਰਿਹਾ ਮੈਂ ਕੀ ਕਰਨਾ ਹੈ। ਤੇ ਇਹ 3 ਆਪਸ਼ਨਸ ਨੇ ਉਹਦੇ ਕੋਲ। ਉਹ ਹਰ ਇੱਕ ਆਪਸ਼ਨ ਦੇ ਗੁਣ ਤੇ ਔਗਣ ਆਪਣੇ ਮਾਈਂਡ ਵਿੱਚ ਵੇ ਕਰੇਗਾ, ਪ੍ਰੋਜ਼ ਐਂਡ ਕੌਨਸ ਨੂੰ ਸੋਚੇਗਾ ਤੇ ਇੱਕ ਡਿਸੀਜਨ ਲਏਗਾ। ਦੈਟ ਮੀਨਸ ਜਿਹੜਾ ਡਿਸੀਜਨ ਮੇਕਿੰਗ ਹੈ, ਬਹੁਤ ਸਾਰੀਆਂ ਆਪਸ਼ਨਸ ਚੋਂ ਇੱਕ ਆਪਸ਼ਨ ਨੂੰ ਚੂਜ਼ ਕਰਨਾ, that is a part of problem solving। ਇਹ ਅਸੀਂ ਜਦੋਂ ਅਕਸਰ ਦੇਖਦੇ ਆ ਨਾ ਘਰਾਂ ਦੇ ਵਿੱਚ, ਬੱਚਿਆਂ ਦੇ ਦਿਮਾਗ 'ਚ ਨਾ ਬਹੁਤ ਸਵਾਲ ਆਉਂਦੇ ਨੇ ਚੀਜ਼ਾਂ ਨੂੰ ਲੈ ਕੇ, ਕਿਉਂ, ਕਾਤੇ। ਪਰ ਇਹ ਗੱਲ ਨਾ ਸਾਡੇ ਪੰਜਾਬੀ ਮਾਂ-ਬਾਪ ਦੇ ਵਿੱਚ ਥੋੜੀ ਇਦਾਂ ਆ ਕਿ ਅਸੀਂ ਘਰਾਂ ਦਾ ਵਿੱਚ ਬੱਚਿਆਂ ਨੂੰ ਕਹਿਣ ਲੱਗ ਜਾਂਦੇ ਨੇ, ਤੂੰ ਨਹੀਂ ਪੁੱਛਣਾ। ਅਸੀਂ ਆਪਣੇ ਬੱਚਿਆਂ ਨੂੰ ਸਵਾਲ ਨਹੀਂ ਕਰਨ ਦਿੰਦੇ। ਇਹਦਾ ਮਤਲਬ ਅਸੀਂ ਉਹਨਾਂ ਦੀ ਸੋਚਣ ਦੇ ਹੁਨਰ ਤੇ ਲਗਾਮ ਲਗਾ ਰਹੇ ਹਾਂ, ਉਹਨਾਂ ਨੂੰ ਸਵਾਲ ਪੁੱਛਣ ਦੇਈਏ। ਬਿਲਕੁਲ, ਕਿਹਾ ਜਾਂਦਾ ਕਿ ਜਿਹੜਾ ਇੰਟੈਲੀਜੈਂਟ ਹੈ ਨਾ, ਸਵਾਲ ਪੁੱਛਦਾ ਹੈ। ਉਹਨਾਂ ਨੂੰ ਸਵਾਲ ਪੁੱਛਣ ਤੋਂ ਉਹਨਾਂ ਦੀ ਕਿਉਰਿਓਸਿਟੀ ਨੂੰ ਕਰਬ ਨਾ ਕਰੋ, ਉਹਨਾਂ ਨੂੰ ਰੋਕੋ ਨਹੀਂ। ਕਿਉਂਕਿ ਜਦੋਂ ਸਵਾਲ ਪੁੱਛਣਗੇ ਤੇ ਉਹ ਕੀ ਕਰਨਗੇ, ਆਲੋਚਨਾ ਕਰਨਗੇ, ਐਨਾਲਾਈਜ਼ ਕਰਨਗੇ। ਜਿਸ ਤਰ੍ਹਾਂ
ਅਸੀਂ ਕਹਿੰਦੇ ਕਿ ਇੱਕ ਲਾਈਫ ਸਕਿੱਲ ਹੈ ਜੀ ਕ੍ਰਿਟੀਕਲ ਥਿੰਕਿੰਗ ਤੇ ਇੱਕ ਹੈ ਕ੍ਰੀਏਟੀਵਿਟੀ। ਕ੍ਰਿਟੀਕਲ ਥਿੰਕਿੰਗ ਕੀ ਹੈ ਕਿ ਮੇਰੇ ਕੋਲ ਬਹੁਤ ਸਾਰੇ ਆਈਡੀਆਜ਼ ਨੇ ਜੀ ਮੇਰੇ ਕੋਲ ਬਹੁਤ ਸਾਰੇ ਆਈਡੀਆਜ਼ ਨੇ ਤੇ ਮੈਂ ਉਹਨਾਂ ਸਾਰੇ ਆਈਡੀਆਜ਼ ਚੋਂ ਇੱਕ ਚੀਜ਼ ਇੱਕ ਆਪਸ਼ਨ ਚੂਜ਼ ਕਰ ਰਹੀ ਹਾਂ ਜੋ ਅਸੀਂ ਡਿਸੀਜਨ ਮੇਕਿੰਗ ਕਰਦੇ ਹਾਂ। ਤੇ ਕ੍ਰੀਏਟੀਵਿਟੀ ਜਾਂ ਰਚਨਾਤਮਕ ਸੋਚ ਕੀ ਹੈ ਜੋ ਆਇਨਸਟਾਈਨ ਵਿੱਚ ਸੀ, ਜੋ ਐਡੀਸਨ ਵਿੱਚ ਸੀ ਕਿ ਉਹਨਾਂ ਨੇ ਲੀਕ ਤੋਂ ਪਰੇ ਹੋ ਕੇ ਆਊਟ ਆਫ ਦ ਬਾਕਸ ਕੋਈ ਸੋਲੂਸ਼ਨ ਲੱਭਣਾ ਹੈ। ਬਿਲਕੁਲ ਜੇ ਅਸੀਂ ਆਪਣੇ ਸਟੂਡੈਂਟਸ ਨੂੰ ਆਪਣੇ ਬੱਚਿਆਂ ਨੂੰ ਕੁਐਸਚਨ ਕਰਨ ਤੋਂ ਰੋਕਾਂਗੇ, ਉਹਨਾਂ ਦੀ ਕ੍ਰਿਟੀਕਲ ਥਿੰਕਿੰਗ ਆਲੋਚਨਾਤਮਕ ਸੋਚ ਰਚਨਾਤਮਕ ਸੋਚ ਨੂੰ ਦਬਾਵਾਂਗੇ ਤੇ ਕੱਲ ਸਾਨੂੰ ਸਾਇੰਟਿਸਟ ਫਿਲਾਸਫਰਸ ਕਹਾਣੀਕਾਰ ਕਵੀ ਕਿੱਥੋਂ ਮਿਲਣਗੇ। ਅਸੀਂ ਉਹਨਾਂ ਦੀ ਕ੍ਰੀਏਟੀਵਿਟੀ ਨੂੰ ਬਿਲਕੁਲ ਰੋਕ ਰਹੇ ਹਾਂ। ਬਿਲਕੁਲ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਨਾ ਲੋੜ ਕਾਰਡ ਦੀ ਮਾਂ ਹੈ, ਨੈਸੈਸਿਟੀ ਇਜ਼ ਦ ਮਦਰ ਆਫ ਇਨਵੈਂਸ਼ਨ, ਦੈਨ ਕ੍ਰੀਏਟੀਵਿਟੀ ਇਜ਼ ਦ ਫਾਦਰ। ਜੇ ਕ੍ਰੀਏਟੀਵਿਟੀ ਨਹੀਂ ਹੈ ਤਾਂ ਕੋਈ ਇਨਵੈਂਸ਼ਨ ਨਹੀਂ ਹੋ ਸਕਦੀ। ਸੋ ਯੂ ਹੈਵ ਟੂ ਇਨਕਰੇਜ them। ਤੇ ਹੁਣ ਆਪਾਂ ਆਉਂਦੇ ਆ ਸੰਚਾਰ ਤੇ। ਬਿਲਕੁਲ ਸੰਚਾਰ ਵੀ ਬੜਾ ਜ਼ਰੂਰੀ ਮੰਨਿਆ ਜਾਂਦਾ ਹੈ, ਪਰ ਸੰਚਾਰ ਨੂੰ ਹੁਨਰ ਦੇ ਨਾਲ ਜੋੜਨਾ ਉਹ ਇੱਕ ਬਹੁਤ ਵੱਡਾ ਜੀਵਨ ਹੁਨਰ ਹੈ। ਇਹ ਕਿੱਦਾਂ ਹੈ? ਸੰਚਾਰ ਦਾ ਮਤਲਬ ਹੈ ਕਮਿਊਨੀਕੇਸ਼ਨ। ਜਿੱਦਾਂ ਆਪਾਂ ਜਿਹੜੇ ਪਹਿਲਾਂ 10 ਕੀਤੇ ਹੁਣ ਉਹਨਾਂ ਆਪਾਂ ਨੂੰ ਵਿਸਥਾਰ ਚ ਕਰ ਰਹੇ ਹਾਂ ਉਹਨਾਂ ਨੂੰ। ਜੀ ਟਰੂ ਕਮਿਊਨੀਕੇਸ਼ਨ ਇਜ਼ ਵੈਰੀ ਇੰਪੋਰਟੈਂਟ। ਕਮਿਊਨੀਕੇਸ਼ਨ ਕੀ ਹੈ ਕਿ ਮੈਂ ਔਰ ਤੁਸੀਂ ਗੱਲ ਕਰ ਰਹੇ ਹਾਂ, ਬਟ ਯੂਜੂਅਲੀ ਅੱਜ ਕੱਲ ਦੇ ਯੁੱਗ ਵਿੱਚ ਕਮਿਊਨੀਕੇਸ਼ਨ ਨੂੰ ਕੀ ਮੰਨਿਆ ਜਾਂਦਾ ਹੈ ਕਿ ਕੋਈ ਵੀ ਬਹੁਤ ਜ਼ਿਆਦਾ ਅੱਛੀ ਤਰ੍ਹਾਂ ਇੰਗਲਿਸ਼ ਬੋਲ ਰਿਹਾ ਹੈ ਫਲੂਐਂਟਲੀ ਤੇ ਉਹ ਕਮਿਊਨੀਕੇਸ਼ਨ ਸਕਿੱਲਸ ਹੈ। ਜਦਕਿ ਕਮਿਊਨੀਕੇਸ਼ਨ ਸਕਿੱਲਸ ਇਜ਼ ਨਾਟ ਅਬਾਊਟ ਸਪੀਕਿੰਗ ਇਨ ਇੰਗਲਿਸ਼। ਆਪਣੇ ਵਿਚਾਰਾਂ ਨੂੰ ਕਿਸੇ ਦੇ ਮੂਹਰੇ ਰੱਖਣਾ ਬਗੈਰ ਦੂਸਰੇ ਬੰਦੇ ਦੇ ਵਿਚਾਰਾਂ ਦਾ ਨਿਰਾਦਰ ਕੀਤੇ ਹੋਏ, ਉਸ ਦੇ ਪੁਆਇੰਟ ਆਫ View ਨੂੰ ਵੀ ਸਮਝਣਾ। ਸਿਰਫ ਬੋਲਣਾ ਕਮਿਊਨੀਕੇਸ਼ਨ ਨਹੀਂ ਹੈ, ਐਕਟਿਵ ਲਿਸਨਿੰਗ ਇਜ਼ ਆਲਸੋ ਕਮਿਊਨੀਕੇਸ਼ਨ। ਦੂਜੇ ਦੇ ਵਿਚਾਰ ਨੂੰ ਸੁਣਨਾ ਵੀ ਕਮਿਊਨੀਕੇਸ਼ਨ ਹੈ। ਜੇ ਅਸੀਂ ਕਿਸੇ ਦੇ ਵਿਚਾਰ ਸੁਣਾਂਗੇ, ਆਪਣੇ ਵਿਚਾਰ ਪ੍ਰਗਟ ਕਰਾਂਗੇ ਅਸਰਟਿਵਲੀ ਜ਼ੋਰਦਾਰ ਤਰੀਕੇ ਨਾਲ ਬਗੈਰ ਉਸ ਬੰਦੇ ਦੇ ਵਿਚਾਰਾਂ ਦੂਸਰੇ ਦੇ ਵਿਚਾਰ ਦਾ डिसरिस्पेक्ट शो करते हैं, वो इफेक्टिव कम्युनिकेशन है। ਅਸੀਂ ਉਹਨੂੰ ਸੁਣ ਰਹੇ ਹਾਂ, ਐਮਪਥਾਈਜ਼ ਕਰ ਰਹੇ ਹਾਂ, ਹਮਦਰਦੀ ਕਰ ਰਹੇ ਹਾਂ ਤੇ ਕਿਤੇ ਨਾ ਕਿਤੇ ਅਸੀਂ ਬੇਸ਼ੱਕ ਫੈਮਿਲੀ ਚ ਹਾਂ, ਫਰੈਂਡਸ ਚ ਹਾਂ ਜਾਂ ਵਰਕ ਪਲੇਸ ਤਾਂ ਅਸੀਂ ਆਪਣੇ ਰਿਸ਼ਤੇ ਆਪਣੇ ਰਿਲੇਸ਼ਨਸ਼ਿਪਸ ਨੂੰ ਹੋਰ ਸਟਰੋਂਗ ਕਰਾਂਗੇ। ਐਂਡ ਇਨਡੀਡ ਇਹ ਬਹੁਤ ਹੀ ਜ਼ਰੂਰੀ ਲਾਈਫ ਸਕਿੱਲ ਹੈ। ਅਸੀਂ ਡਾਕਟਰ ਜਸਦੀਪ ਹੁਣਾਂ ਦੇ ਨਾਲ ਜੀਵਨ ਹੁਨਰ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਇਹਨਾਂ ਨੇ 10 ਜੀਵਨ ਹੁਨਰ ਦੱਸੇ ਸੀ, ਉਹਨਾਂ ਨੂੰ ਹੁਣ ਅਸੀਂ ਵਿਸਥਾਰ ਦੇ ਵਿੱਚ ਚੰਗੀ ਤਰ੍ਹਾਂ ਫਲੋਰ ਰਹੇ ਆ। ਤੇ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਨਾ ਤੇ ਸਾਨੂੰ ਬੜਾ सोच के कई बारी चलना पैंदा। कहते कि मतलब कि बातें तो उनकी होती हैं जिनमें कोई बात होती है, लेकिन समाज बातें बनाउणों नहीं हटता। तो ये ना बड़ा सानू निक्के हुंदे नूं सिखाउण लग पैंदे, साडा समाज इदां नहीं इदां चलना चाहिए, इदां नहीं इदां चलना चाहिए, ये वो बहुत कुछ बहुत भार है लोकां दे उत्ते। जी समाजिक हुनर नजिठण दे लई तैयार करदा है जां की करदा है? ਜਿਹੜੀ ਤੁਸੀਂ ਗੱਲ ਕੀਤੀ ਕਿ ਸਮਾਜ ਕੁਝ ਤੋਂ ਲੋਕ ਕहेंगे, ਲੋਗों का काम है कहना। ਕਈ ਵਾਰੀ ਦੇਖੋ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀ ਕਿ ਕਈਆਂ ਦੇ ਗੱਲਾਂ ਕਰਨ ਨਾਲ ਜਾਂ ਕੋਈ ਅਸੀਂ ਘਟਨਾ ਵਾਪਰਦੀ ਹੈ ਸਾਨੂੰ ਕੋਈ ਚੀਜ਼ ਸਟ੍ਰੈਸ ਦੇ ਜਾਂਦੀ ਹੈ, ਸਾਨੂੰ ਤਣਾਅ ਹੋ ਜਾਂਦਾ ਹੈ। ਬਿਲਕੁਲ ਉਹਨਾਂ ਚੀਜ਼ਾਂ ਇਸ ਤਣਾਅ ਨੂੰ ਨਜਿੱਠਣਾ ਵੀ ਇੱਕ ਬਹੁਤ ਜ਼ਰੂਰੀ ਲਾਈਫ ਸਕਿੱਲ ਜਾਂ ਜੀਵਨ ਹੁਨਰ ਹੈ। ਅੱਛਾ ਜੀ। ਜਿਸ ਤਰ੍ਹਾਂ ਛੋਟੇ ਬੱਚਿਆਂ ਨੂੰ ਜਾਂ ਕਿਸੇ ਵੱਡੇ ਨੂੰ ਵੀ ਜਦੋਂ ਤਣਾਅ ਹੁੰਦਾ ਸੀ ਕੀ ਕਹਿੰਦੇ ਆ ਕਿ ਇਹ ਜਿਹੜੇ ਤੁਹਾਡੇ ਗੈਜਟਸ ਨੇ ਨਾ, ਇਹ ਟੀਵੀ ਅਖਬਾਰ ਜਾਂ ਜੋ ਵੀ ਤੁਹਾਨੂੰ ਨੈਗੇਟਿਵਿਟੀ ਦੇ ਰਿਹਾ ਹੈ ਉਸ ਤੋਂ ਇੱਕ ਬ੍ਰੇਕ ਲੈ ਲਓ, ਆਪਣੇ ਆਪ ਨਾਲ ਟਾਈਮ ਸਪੈਂਡ ਕਰੋ, ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰੋ, ਉਹ ਕਰੋ ਜੋ ਤੁਹਾਨੂੰ ਪਸੰਦ ਹੈ। ਡੋਂਟ ਬੋਦਰ ਅਬਾਊਟ ਵਾਟ ਪੀਪਲ ਆਰ ਸੇਇੰਗ। ਉਹਨਾਂ ਬਾਰੇ ਜਿਸ ਤਰ੍ਹਾਂ ਜੋ ਲੋਕ ਕਹਿ ਰਹੇ ਉਹਨਾਂ ਬਾਰੇ ਜ਼ਿਆਦਾ ਬੋਦਰ ਨਾ ਕਰੋ, ਜੋ ਤੁਹਾਨੂੰ ਪਸੰਦ ਹੈ ਉਹ ਕਰੋ। ਡੀਪ ਬਰੀਥਿੰਗ ਕਰੋ, ਯੋਗਾ ਕਰੋ, ਮੈਡੀਟੇਸ਼ਨ ਕਰੋ ਤੇ ਨਾਲ ਜੇ ਤੁਹਾਨੂੰ ਤੁਹਾਡਾ ਦਿਲ ਕਿਸੇ ਨੇ ਦੁਖਾਇਆ ਵੀ ਹੈ ਨਾ ਤੇ ਫੋਰਗਿਵ ਐਂਡ ਫੋਰਗੇਟ ਦੀ ਪਾਲਿਸੀ ਅਪਣਾਓ, ਉਹਨੂੰ ਮਾਫ ਵੀ ਕਰ ਦਿਓ ਤੇ ਭੁੱਲ ਵੀ ਜਾਓ। ਤੇ ਸਮਾਜਿਕ ਹੁਨਰ ਦੇ ਵਿੱਚ ਹੋਰ ਕੀ ਆ ਸਕਦਾ ਹੈ? ਸਮਾਜਿਕ ਹੁਨਰ ਵਿੱਚ ਆਪਾਂ ਗੱਲ ਕੀਤੀ ਨਾ ਕਿ ਹਮਦਰਦੀ, ਕਮਿਊਨੀਕੇਸ਼ਨ ਸਕਿੱਲਸ, ਅੱਛਾ ਇਹ ਸਾਰਾ ਫਿਰ ਇੱਕ ਜਗ੍ਹਾ ਆ ਗਿਆ ਜੀ। ਐਮਪੈਥੀ ਤੇ ਇੱਕ ਬਹੁਤ ਜ਼ਿਆਦਾ ਇੰਟਰਪਰਸਨਲ ਰਿਲੇਸ਼ਨਸ਼ਿਪਸ ਡਿਵੈਲਪ ਹੁੰਦੇ ਇਹਨਾਂ ਨਾਲ। ਤੇ ਜਿਸ ਤਰ੍ਹਾਂ ਅਸੀਂ ਕਿਹਾ ਕਿ ਫੋਰਗਿਵ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਜਿਹੜੀ ਸਾਨੂੰ ਸਿਖਾਉਣ ਦੀ ਲੋੜ ਹੈ ਬੱਚਿਆਂ ਨੂੰ। ਜੀ ਜ਼ਰੂਰੀ ਨਹੀਂ ਹਮੇਸ਼ਾ ਸਾਨੂੰ ਸਫਲਤਾ ਹੀ ਮਿਲੇ। ਪ੍ਰਿਪੇਅਰ ਯੋਰ ਚਿਲਡਰਨ ਫॉर ਫੇਲਿਅਰ। ਅਸਫਲਤਾ ਵਾਸਤੇ ਵੀ ਤਿਆਰ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ, ਨਹੀਂ ਤੇ ਜਦੋਂ ਕਦੀ ਲਾਈਫ ਵਿੱਚ ਥੋੜੇ ਜਿਹੇ ਨੀਚੇ ਹੋਏ ਨਹੀਂ ਕਿ ਤਣਾਅ ਉਹਨਾਂ ਨੂੰ ਘੇਰ ਲੇਗਾ। ਇੱਥੇ ਇੱਕ ਗੱਲ ਹੋਰ, ਅਸੀਂ ਨਾ ਆਪਣੇ ਬੱਚਿਆਂ ਤੇ ਆਪ ਵੀ ਬੋਝ ਪਾਉਂਦੇ ਆ। ਬਿਲਕੁਲ, ਤੂੰ ਫਸਟ ਹੀ ਆਉਣਾ ਚਾਹੀਦਾ, ਤੂੰ ਫਸਟ ਹੀ ਆਉਣੀ ਚਾਹੀਦੀ। ਤੁਸੀਂ ਦੇਖ ਲਓ ਅਸੀਂ ਕਿੱਥੇ 4-5 ਜਾਣੇ ਜੁੜ ਕੇ ਬੈਠਦੇ ਆ ਨਾ, ਵਿੱਚੋਂ ਜਿਹਦਾ ਬੱਚਾ ਫਸਟ ਆਇਆ ਹੋਏਗਾ ਨਾ ਉਹਨੇ ਬਾਕੀਆਂ ਦੇ ਬੱਚਿਆਂ ਦੇ ਸਾਹਮਣੇ ਮੇਰਾ ਨਿਆਣਾ ਤਾਂ ਪਹਿਲੇ ਨੰਬਰ ਤੇ ਆਇਆ, ਇਦਾਂ ਅਸੀਂ ਸ਼ਾਇਦ ਦੂਸਰੇ ਦੇ ਬੱਚਿਆਂ ਨੂੰ ਨੀਵਾਂ ਵੀ ਦਿਖਾ ਰਹੇ ਆ ਤੇ ਆਪਣੇ ਬੱਚੇ ਦੇ ਅੰਦਰ ਇਹ ਵੀ ਚੀਜ਼ ਪੈਦਾ, ਹੀਨ ਭਾਵਨਾ ਵੀ ਡਿਵੈਲਪ ਹੋ ਰਹੀ ਹੈ। ਨਹੀਂ ਬਟ ਮੇਰੇ ਖਿਆਲ
ਹਮੇਸ਼ਾ ਇਹ ਜੋ ਮੇਰਾ ਮੰਨਣਾ ਰਿਹਾ ਹੈ ਕਿ ਆਬਵੀਅਸਲੀ ਇਹ ਨਹੀਂ ਕਿ ਤੁਸੀਂ ਬੱਚੇ ਨੂੰ ਹੈਲਦੀ ਕੰਪੀਟੀਸ਼ਨ ਵਾਸਤੇ ਪ੍ਰਿਪੇਅਰ ਨਾ ਕਰੋ। ਜੋ ਅੱਜ ਦਾ ਯੁੱਗ ਜਾ ਰਿਹਾ ਹੈ ਦੇ ਹੈਵ ਟੂ ਕੰਪੀਟ ਵਿਦ ਦ ਵਰਲਡ ਜੀ, ਬਟ ਹਮੇਸ਼ਾ ਇਹ ਕਹਿਣਾ ਚਾਹੀਦਾ ਕਿ ਤੇਰਾ ਕੰਪੀਟੀਸ਼ਨ ਤੇਰੇ ਨਾਲ ਹੈ। ਜੋ ਤੇਰੀ ਪਹਿਲੇ ਪਰਫਾਰਮੈਂਸ ਸੀ ਉਸ ਤੋਂ ਤੂੰ ਨੀਵੇਂ ਨਾ ਜਾਵੇਂ ਜ਼ਿਆਦਾ, ਠੀਕ ਹੈ। ਹਮੇਸ਼ਾ ਕਿਹਾ ਜਾਂਦਾ ਹੈ ਕੰਪੈਰੀਜ਼ਨ ਕਿਹਦੇ ਨਾਲ ਹੋਣਾ ਚਾਹੀਦਾ? ਦ ਪਰਸਨ ਇਨ ਦ ਮਿਰਰ। ਤੁਹਾਡੇ ਨਾਲ ਕੰਪੀਟੀਸ਼ਨ ਹੋਣਾ ਚਾਹੀਦਾ ਹੈ ਤੇ ਆਪਣੇ ਬੱਚੇ ਨੂੰ ਦੂਜੇ ਨਾਲ ਕੰਪੇਅਰ ਕਰਨਾ ਬਿਲਕੁਲ ਨਹੀਂ ਚਾਹੀਦਾ। ਮੈਂ ਕਿਧਰੇ ਜੈ ਸ਼ੈਟੀ ਦੀ ਇੱਕ ਬੁੱਕ ਪੜ੍ਹ ਰਹੀ ਸੀ, ਥਿੰਕ ਲਾਈਕ ਅ ਮੰਕ। ਉਹਨਾਂ ਨੇ ਲਿਖਿਆ ਸੀ देयर आर 3 ਕੈਂਸਰਸ ਆਫ ਲਾਈਫ। ਜ਼ਿੰਦਗੀ ਦੀਆਂ 3 ਕੈਂਸਰਾਂ ਨੇ। ਹਾਂਜੀ, ਇੱਕ ਕੰਪਲੇਨ ਕਰਨਾ, ਇੱਕ ਕੰਪੇਅਰ ਕਰਨਾ ਤੇ ਇੱਕ ਕ੍ਰਿਟਿਸਾਈਜ਼ ਕਰਨਾ। ਸ਼ਿਕਾਇਤ ਕਰਨਾ, ਬਹੁਤ ਜ਼ਿਆਦਾ ਸ਼ਿਕਾਇਤ ਕਰਨਾ, ਬਹੁਤ ਜ਼ਿਆਦਾ ਕੰਪਲੇਨ ਕਰਨਾ, ਹਮੇਸ਼ਾ ਕਹੀ ਜਾਣਾ ਕਿ ਮੇਰੇ ਕੋਲ ਆ ਨਹੀਂ, ਮੇਰੇ ਕੋਲ ਆ ਨਹੀਂ, ਤੇ ਇੱਕ ਕੰਪੇਅਰ ਕਰਨਾ। ਜੇ ਤੁਸੀਂ ਇਹ 3 ਚੀਜ਼ਾਂ ਕਰਦੇ ਹੋ, ਜਦੋਂ ਆਪਾਂ ਕਰਦੇ ਆ ਤੇ ਫਿਰ ਖੁਸ਼ ਨਹੀਂ ਰਹਿ ਸਕਦੇ ਤੁਸੀਂ। ਮਤਲਬ ਕਿ ਸਿੱਧੀ ਜੀ ਗੱਲ ਹੈ ਪੰਜਾਬੀ ਭਾਸ਼ਾ ਦੇ ਵਿੱਚ, ਜੇ ਮੇਰੀ ਡਬਲ ਕੋਠੀ ਹੈ ਤੇ ਸ਼ਰੀਕੇ ਦੇ 3 ਮੰਜ਼ਿਲਾ ਕਿਉਂ ਹੈ? ਬਿਲਕੁਲ ਬਿਲਕੁਲ ਬਿਲਕੁਲ। ਕੰਪੈਰੀਜ਼ਨ ਤੁਹਾਨੂੰ ਕਦੀ ਵੀ ਹੈਪੀਨੈਸ ਨਹੀਂ ਦੇਗਾ। ਬਿਲਕੁਲ। ਅੱਛਾ, ਖੁਸ਼ੀ ਵੀ ਤਾਂ ਇੱਕ ਹੁਨਰ ਹੈਗਾ ਕਿ ਨਹੀਂ ਹੈਗਾ? ਦੇਖੋ, ਜੇ ਸਾਰੇ ਜੀਵਨ ਹੁਨਰ ਸਾਡੇ ਕੋਲ ਹੋਣਗੇ, ਪ੍ਰੋਬਲਮ ਸੋਲਵਿੰਗ, ਫੈਸਲੇ ਲੈਣਾ, ਆਪਣੇ ਇਮੋਸ਼ਨਸ, ਨੈਗੇਟਿਵ ਇਮੋਸ਼ਨਸ, ਤਣਾਅ ਨੂੰ ਨਜਿੱਠਣ ਦਾ ਹੁਨਰ ਹੋਏਗਾ, ਇਫੈਕਟਿਵਲੀ ਕਮਿਊਨੀਕੇਟ, ਤੇ ਹੈਪੀਨੈਸ ਕਿੱਥੇ ਚਲੀ ਗਈ? all these life skills are the key to happiness। ਬਿਲਕੁਲ। ਬਿਲ ਗੇਟਸ ਨੇ ਕਿਹਾ ਕਿ communication is the lifeline of all relationships। ਜਿੱਦਾਂ KBC ਚ ਕਹਿੰਦੇ ਨਾ, आपके पास 4 लाइफलाइंस हैं देवी और सजनों, ਤੇ देवी और सजनों आपके पास भी लाइफ skills जैसी ਇੱਕ ਕੁੰਜੀ ਹੈ, ਇੱਕ ਕੀ ਹੈ ਜਿਹੜੀ ਤੁਹਾਨੂੰ ਹੈਪੀਨੈਸ ਦੇ ਸਕਦੀ ਹੈ। ਤੇ ਹੁਣ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਵਿਦਿਆਰਥੀਆਂ ਦੇ ਜੀਵਨ ਹੁਨਰ ਦੀ, ਤੇ ਸਿੱਖਿਆ ਦੇ ਨਾਲ ਤਾਂ ਉਹਨਾਂ ਦਾ ਮਤਲਬ ਕਿ ਸਿੱਖਿਆ ਤੋਂ ਬਿਨਾਂ ਵਿਦਿਆਰਥੀ ਕਾਹਦਾ ਨਾ? ਸਿੱਖਿਆ ਹੈ ਤਾਂ ਵਿਦਿਆਰਥੀ ਹੈ, ਵਿਦਿਆਰਥੀ ਹੈ ਤਾਂ ਸਿੱਖਿਆ ਹੈ। ਜਦੋਂ ਜੀਵਨ ਹੁਨਰ ਦੀ ਗੱਲ ਕਰਦੇ ਆ, ਫਿਰ ਸਿੱਖਿਆ ਦੇ ਨਾਲ ਆਪਾਂ ਉਹਨੂੰ ਕਿੱਦਾਂ ਜੋੜ ਸਕਦੇ ਆ ਕਿ ਸਕਿੱਲ ਤੇ ਐਜੂਕੇਸ਼ਨ? देखिए, नेल्सन मंडेला ने एक बड़ी सोहनी गल कही सी दैट एजुकेशन इज द मोस्ट पावरफुल वेपन टू चेंज द वर्ल्ड। विदाउट एजुकेशन, सिक्ख्या तो बिना असी ਬੱਚਿਆਂ ਨੂੰ ਜੀਵਨ ਹੁਨਰ ਨਹੀਂ ਦੇ ਸਕਦੇ। ਬਿਲਕੁਲ। ਇਹ ਨਹੀਂ ਕਹਿੰਦੀ ਕਿ ਜਿਹੜੇ ਸਕੂਲ ਨਹੀਂ ਜਾਂਦੇ ਉਹਨਾਂ ਵਿੱਚ ਜੀਵਨ ਹੁਨਰ ਨਹੀਂ ਹੁੰਦੇ। ਕਈ ਵੱਡੇ ਬਜ਼ੁਰਗ ਜਿਹੜੇ ਸਕੂਲ ਗਏ ਹੀ ਨਹੀਂ, ਉਹ ਸਾਡੇ ਤੋਂ ਜ਼ਿਆਦਾ ਸਿਆਣੇ ਨੇ ਜੀ। ਬਟ ਅੱਜ ਕੱਲ ਦੇ ਯੁੱਗ ਵਿੱਚ 21st ਸੈਂਚੁਰੀ ਵਿੱਚ ਜੇ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਭੇਜ ਰਹੇ ਹਾਂ ਤੇ ਡਿਊਟੀ ਪੇਰੈਂਟਸ ਦੀ ਵੀ ਹੈ ਤੇ ਟੀਚਰਸ ਦੀ ਵੀ ਹੈ ਕਿ ਅਸੀਂ ਉਹਨਾਂ ਨੂੰ ਪੜ੍ਹਾਈ ਦੇ ਦੌਰਾਨ ਹੀ ਉਹਨਾਂ ਵਿੱਚ ਲਾਈਫ ਸਕਿੱਲਸ ਪੈਦਾ ਕਰੀਏ। ਕਿਸ ਤਰ੍ਹਾਂ ਕਿ ਅਸੀਂ ਬੋਰਿੰਗ ਤਰੀਕੇ ਨਾਲ ਲੈਕਚਰ ਨਾ ਦੇਈ ਜਾਈਏ, ਉਹਨਾਂ ਦੀ ਕਲਾਸਰੂਮ ਵਿੱਚ ਐਕਸਪੈਰੀਮੈਂਟੇਸ਼ਨ ਲਿਆਈਏ। ਜੇਕਰ ਅਸੀਂ ਕਲਾਸ ਵਿੱਚ ਐਕਸਪੈਰੀਮੈਂਟੇਸ਼ਨ, ਡੈਮੋਨਸਟ੍ਰੇਸ਼ਨ ਦੇ ਨਾਲ ਪੜ੍ਹਾਵਾਂਗੇ ਤੇ ਉਹਨਾਂ ਦੇ ਆਲੋਚਨਾ, ਰਚਨਾਤਮਕ ਕ੍ਰੀਏਟਿਵਿਟੀ ਉਹਨਾਂ ਵਿੱਚ ਪੈਦਾ ਹੋਏਗੀ। ਅਸੀਂ ਯੰਗ ਸਾਇੰਟਿਸਟ ਆਪਣੀ ਕਲਾਸਰੂਮ ਵਿੱਚ ਨਰਚਰ ਕਰ ਸਕਦੇ ਹਾਂ। ਸੈਕੰਡਲੀ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਭਾਸ਼ਣ ਪ੍ਰਤਿਯੋਗਿਤਾਵਾਂ ਜਾਂ ਡਿਸਕਸ਼ਨਸ ਕਲਾਸਰੂਮ ਵਿੱਚ, ਉਹ ਇਫੈਕਟਿਵ ਕਮਿਊਨੀਕੇਸ਼ਨ ਸਕਿੱਲਸ ਪੈਦਾ ਕਰ ਸਕਦੀਆਂ ਨੇ ਸਟੂਡੈਂਟਸ ਵਿੱਚ। ਇੱਕ ਛੋਟੀ ਜਿਹੀ ਜਿਸ ਤਰ੍ਹਾਂ ਉਦਾਹਰਣ ਹੈ ਕਿ ਸਟੋਰੀ ਟੈਲਿੰਗ, ਇੱਕ ਕਹਾਣੀ ਦੇ ਉਚਾਰਨ ਨਾਲ ਕਿਸ ਤਰ੍ਹਾਂ ਲਾਈਫ ਸਕਿੱਲਸ ਪੈਦਾ ਹੋ ਸਕਦੇ ਆ। ਅਸੀਂ ਸਾਰਿਆਂ ਨੇ ਖਰਗੋਸ਼ ਤੇ ਕਛੂਏ ਦੀ ਕਹਾਣੀ ਸੁਣੀ ਹੋਈ ਹੈ। ਬਿਲਕੁਲ। ਕਿ ਇੱਕ ਖਰਗੋਸ਼ ਤੇ ਕਛੂਆ ਸੀ, ਉਹਨਾਂ ਨੇ ਕੀ ਕੀਤਾ, ਖਰਗੋਸ਼ ਨੇ ਕਛੂਏ ਨੇ ਕਿਹਾ ਕਿ ਅੱਜ ਤੂੰ ਮੇਰੇ ਨਾਲ ਦੌੜ ਲਗਾ, ਤੇ ਕਛੂਆ ਖਰਗੋਸ਼ ਮੰਨ ਗਿਆ ਕਿ ਲੈ ਮੈਂ ਤੇ ਬਹੁਤ ਤੇਜ਼ ਦੌੜ ਸਕਦਾ। ਜਦੋਂ ਰੇਸ ਸ਼ੁਰੂ ਹੋਈ ਤੇ ਕਛੂਆ ਹੌਲੀ ਹੌਲੀ ਤੁਰਦਾ ਰਿਹਾ ਤੇ ਜਿਹੜਾ ਖਰਗੋਸ਼ ਸੀ ਉਹ ਤੇਜ਼ੀ ਨਾਲ ਭੱਜ ਕੇ ਅੱਧਾ ਰਾਹ ਲੰਘ ਗਿਆ। ਬਿਲਕੁਲ। ਅੱਧੇ ਰਾਹ ਬਾਅਦ ਉਹਨੂੰ ਲੱਗਿਆ ਕਿ ਮੈਂ ਤੇ ਬਹੁਤ ਤੇਜ਼ ਦੌੜਦਾ, ਮੈਂ ਆਰਾਮ ਕਰਦਾ ਕਿਉਂਕਿ ਜਿੱਤਣਾ ਤੇ ਮੈਂ ਹੀ ਹੈ। ਤੇ ਜਲਦੀ ਉਹਨੂੰ ਨੀਂਦ ਆ ਗਈ ਤੇ ਜਿਹੜਾ ਕਛੂਆ ਹੌਲੀ ਹੌਲੀ ਚੱਲ ਰਿਹਾ ਸੀ ਉਹਨੇ ਦੇਖਿਆ ਖਰਗੋਸ਼ ਤਾਂ ਸੋ ਗਿਆ, ਉਹਨੇ ਫਟਾਫਟ ਉਹਨੂੰ ਕ੍ਰਾਸ ਕੀਤਾ ਤੇ ਉਹ ਰੇਸ ਜਿੱਤ ਗਿਆ। ਹੁਣ ਇਸ ਛੋਟੀ ਜੀ ਸਟੋਰੀ ਜਿਹੜੀ ਸਾਨੂੰ ਜ਼ਬਾਨੀ ਯਾਦ ਹੈ, ਇਹਦਾ ਕੀ ਮੋਰਲ ਹੈ ਕਿ ਸਾਨੂੰ ਆਪਣੇ ਗੁਣਾਂ ਤੇ, ਆਪਣੀਆਂ ਯੋਗਤਾਵਾਂ ਤੇ ਓਵਰ ਕੌਨਫੀਡੈਂਸ ਨਹੀਂ ਹੋਣਾ ਚਾਹੀਦਾ ਕਿ ਅਸੀਂ ਉਹਦੇ ਤੇ ਵਰਕ ਕਰਨਾ ਹੀ ਬੰਦ ਕਰ ਦਈਏ। ਹੁਣ ਤੁਸੀਂ ਇਹਦੀ ਸਿਰਫ ਇਹੀ ਵਾਲੀ ਵਰਜਨ ਸੁਣੀ ਹੈ, ਮਗਰ ਮੇਰੇ ਕੋਲ 3-4 ਵਰਜਨਸ ਹੋਰ ਨੇ ਜੀ। ਸੈਕਿੰਡ ਵਰਜਨ ਕੀ ਹੈ ਇਸੇ ਕਹਾਣੀ ਦੀ? ਬਿਲਕੁਲ। ਖਰਗੋਸ਼ ਨੇ ਸੋਚਿਆ ਕਿ ਇਹ ਤੇ ਮੇਰੇ ਤੇ ਲੱਖ ਲਾਨਤ ਹੈ ਕਿ ਕਛੂਏ ਵਰਗਾ ਇੱਕ ਛੋਟਾ ਜਿਹਾ ਐਨੀਮਲ ਮੇਰੇ ਤੋਂ ਜਿੱਤ ਗਿਆ। ਉਹਨੇ ਕਿਹਾ ਕਿ ਆਜਾ ਦੁਬਾਰਾ ਦੌੜ ਲਗਾਈਏ, ਤੇ ਦੋਨਾਂ ਨੇ ਦੁਬਾਰਾ ਦੌੜ ਲਗਾਈ। ਹੁਣ ਇਸ ਵਾਰੀ ਜਿਹੜਾ ਖਰਗੋਸ਼ ਸੀ ਉਹਨੇ ਮਨ ਬਣਾਇਆ ਹੋਇਆ ਸੀ ਕਿ ਮੈਂ ਕਛੂਏ ਨੂੰ ਅੱਗੇ ਲੰਘਣ ਨਹੀਂ ਦੇਣਾ, ਤੇ ਉਹਨੇ ਬਿਨਾਂ ਆਰਾਮ ਕੀਤਿਆਂ, ਬਿਨਾਂ ਸਾਹ ਲਿੱਤਿਆਂ ਸਾਰੀ ਰੇਸ ਦੌੜੀ ਤੇ ਉਹ ਜਿੱਤ ਗਿਆ। ਹੁਣ ਇਸ ਸੈਕਿੰਡ ਵਰਜਨ ਤੋਂ ਕੀ ਸਿੱਖਿਆ ਮਿਲਦੀ ਹੈ ਕਿ ਜੇ ਅਸੀਂ ਆਪਣੀਆਂ ਯੋਗਤਾਵਾਂ ਤੇ ਲਗਾਤਾਰ, ਨਿਰੰਤਰ, ਕੰਸਿਸਟੈਂਟਲੀ ਵਰਕ ਕਰਦੇ ਰਹੀਏ, ਸਾਨੂੰ ਕੋਈ ਨਹੀਂ ਹਰਾ ਸਕਦਾ, ਨਾ ਛੋਟਾ ਤੇ ਨਾ ਹੀ ਕੋਈ ਵੱਡਾ।
ਤੇ But ਤੀਸਰਾ ਹੁਣ version ਵੀ ਹੈ। ਤੀਸਰਾ ਵਰਜਨ ਵੀ ਹੈ, ਉਹ ਬਹੁਤ ਇੰਟਰਸਟਿੰਗ ਹੈ ਜੀ। ਹੁਣ ਕਛੂਆ ਕਹਿੰਦਾ ਕਿ ਮੈਂ ਤੇ ਹਾਰ ਨਹੀਂ ਮੰਨਦਾ, ਇਹ ਕੀ ਹੋ ਗਿਆ ਕਿ ਖਰਗੋਸ਼ ਮੇਰੇ ਤੋਂ ਅੱਗੇ ਲੰਘ ਜਾਵੇ, ਤੇ ਉਹਨੇ ਕਿਹਾ ਕਿ ਇੱਕ ਵਾਰੀ ਹੋਰ ਰੇਸ ਲਗਾ ਲੈ ਮੇਰੇ ਨਾਲ, ਮਗਰ ਜਿਹੜਾ ਰੂਟ ਹੈ ਨਾ ਉਹ ਮੈਂ ਤੈਅ ਕਰੂੰਗਾ। ਅੱਛਾ ਜੀ। ਤੇ ਜਿਹੜਾ ਖਰਗੋਸ਼ ਹੈ ਉਹ ਕਹਿੰਦਾ ਚਲ ਠੀਕ ਹੈ ਲਗਾ ਲੈ। ਤੇ ਜਦੋਂ ਉਹਨਾਂ ਨੇ ਦੌੜ ਸ਼ੁਰੂ ਕੀਤੀ, ਖਰਗੋਸ਼ ਨੇ ਮਨ ਬਣਾਇਆ ਹੋਇਆ ਸੀ, ਉਹ ਆਪਣਾ ਤੇਜ਼ੀ ਨਾਲ ਦੌੜਦਾ ਗਿਆ। ਜਦੋਂ ਅੱਧਾ ਰਾਹ ਪਾਰ ਕਰ ਗਿਆ ਤੇ ਉਹ ਇੱਕ ਤਲਾਬ ਛੱਪੜ ਕੋਲ ਪਹੁੰਚਿਆ। ਹੁਣ ਖਰਗੋਸ਼ ਨੂੰ ਤਾਂ ਛੱਪੜ ਵਿੱਚ ਤੈਰਨਾ ਆਂਦਾ ਨਹੀਂ ਸੀ, ਉਹਨੂੰ ਉੱਥੇ ਹੀ ਵੇਟ ਕਰਨੀ ਪੈ ਗਈ। ਜਿਹੜਾ ਕਛੂਆ ਆਰਾਮ ਨਾਲ ਉੱਥੇ ਤੱਕ ਆਇਆ, ਪਾਣੀ ਵਿੱਚ ਵੜਿਆ, ਤੈਰ ਕੇ ਦੂਜੇ ਕੰਢੇ ਪਹੁੰਚ ਕੇ ਉਹਨੇ ਆਪਣੀ ਰੇਸ ਜਿੱਤ ਲਈ। ਇਸ ਤੋਂ ਕੀ ਸਿੱਖਿਆ ਮਿਲਦੀ ਹੈ ਕਿ ਬੇਸ਼ੱਕ ਤੁਹਾਡੇ ਵਿੱਚ ਉਨੀਆਂ ਯੋਗਤਾਵਾਂ ਨਹੀਂ ਜਿੰਨੀਆਂ ਕਿ ਬਹੁਤ ਹਾਈ ਲੈਵਲ ਦੀਆਂ ਨੇ, ਮਗਰ ਜਿਹੜੀਆਂ ਵੀ ਨੇ ਨਾ ਉਹਨਾਂ ਦੀ ਪਛਾਣ ਕਰੋ ਤੇ ਉਹਨਾਂ ਨੂੰ ਇਸ ਤਰ੍ਹਾਂ ਯੂਜ਼ ਕਰੋ ਕਿ ਜਿਹੜੀ ਤੁਹਾਡੀ ਨੈਗੇਟਿਵ ਸਿਚੁਏਸ਼ਨ ਹੈ ਨਾ ਉਸ ਦੇ ਵਿੱਚ ਵੀ ਤੁਹਾਡੇ ਅਨੁਕੂਲ ਹੋ ਜਾਣ। ਮਤਲਬ ਆਪਣੇ ਜੀਵਨ ਦੇ ਵਿੱਚ ਜਿਹੜੇ ਤੁਹਾਡੇ ਕੋਲ ਹੁਨਰ ਨੇ ਉਹਨਾਂ ਨੂੰ ਵਰਤਣ ਦਾ ਤਰੀਕਾ ਸਿੱਖੀਏ। ਹਾਂਜੀ, ਆਈਡੈਂਟੀਫਾਈ ਕਰੋ ਆਪਣੀਆਂ ਸਟਰੈਂਥਸ ਨੂੰ ਤੇ ਉਹਨਾਂ ਨੂੰ ਇਸ ਤਰ੍ਹਾਂ ਯੂਜ਼ ਕਰੋ ਕਿ ਨੈਗੇਟਿਵ ਸਿਚੁਏਸ਼ਨ ਵੀ ਤੁਹਾਡੇ ਵਾਸਤੇ ਪੋਜ਼ਿਟਿਵ ਹੋ ਜਾਏ। ਜਿੱਦਾਂ ਕਹਿੰਦੇ ਨਾ ਕਿ ਸ਼ੇਰ ਜਿਹੜਾ ਪਾਣੀ ਦੇ ਵਿੱਚ ਨਹੀਂ ਵੜ ਕੇ ਸ਼ਿਕਾਰ ਕਰ ਸਕਦਾ, ਸੋ ਜਿਹਦਾ ਸ਼ਿਕਾਰ ਹੋਣਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਫਟਾਫਟ ਪਾਣੀ ਦੇ ਵਿੱਚ ਵੜ ਜਾਈਏ ਇਸ ਤੋਂ ਪਹਿਲਾਂ ਸ਼ੇਰ ਆ ਜਾਵੇ। ਸੋ ਜੀਵਨ ਹੁਨਰ ਦੇ ਉੱਤੇ ਗੱਲ ਕਰ ਰਹੇ ਹਾਂ ਅਸੀਂ ਵਿਦਿਆਰਥੀਆਂ ਦੇ। ਪ੍ਰੋਗਰਾਮ ਗੱਲਾਂ ਤੇ ਗੀਤ ਹੈ। ਫਿਲਹਾਲ ਆਪਾਂ ਇੱਕ ਗੀਤ ਦੇਖਦੇ ਹਾਂ, ਫਿਰ ਡਾਕਟਰ ਜਸਦੀਪ ਹੁਣਾਂ ਦੇ ਨਾਲ ਗੱਲਬਾਤ ਏਦਾਂ ਹੀ ਚੱਲਦੀ ਰਹੇਗੀ। ਸਾਰੇ ਪੜਨੇ ਦਾ ਮੂਡ ਬਣਾ ਲੋ ਬਈ, ਗੱਲਾਂ ਚੰਗੀਆਂ ਨੂੰ ਮਨ ਚ ਵਸਾ ਲੋ ਬਈ। ਸਾਰੇ ਪੜਨੇ ਦਾ ਮੂਡ ਬਣਾ ਲੋ ਬਈ, ਗੱਲਾਂ ਚੰਗੀਆਂ ਨੂੰ ਮਨ ਚ ਵਸਾ ਲੋ ਬਈ। ਟਾਈਮ ਕਰੋ ਨਾ ਖਰਾਬ ਮੇਰੇ ਮਿੱਤਰੋ, ਟਾਈਮ ਕਰੋ ਨਾ ਖਰਾਬ ਮੇਰੇ ਮਿੱਤਰੋ, ਅੱਡਿਆਂ ਚ ਖੜ ਖੜ ਕੇ ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ। ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ। ਜਿਮ ਵਿੱਚ ਜਾ ਕੇ ਤੁਸੀਂ ਸਿਹਤ ਵੀ ਬਣਾ ਲਵੋ, ਨਸ਼ੇ ਹੁੰਦੇ ਮਾੜੇ ਕੋਈ ਚੰਗੀ ਚੀਜ਼ ਖਾ ਲਵੋ। ਜਿਮ ਵਿੱਚ ਜਾ ਕੇ ਤੁਸੀਂ ਸਿਹਤ ਵੀ ਬਣਾ ਲਵੋ, ਨਸ਼ੇ ਹੁੰਦੇ ਮਾੜੇ ਕੋਈ ਚੰਗੀ ਚੀਜ਼ ਖਾ ਲਵੋ। ਆਵੋ ਰੋਟੀਆਂ ਤੇ ਮੱਖਣ ਮਲਾਈਆਂ ਧਰ ਕੇ, ਆਵੋ ਰੋਟੀਆਂ ਤੇ ਮੱਖਣ ਮਲਾਈਆਂ ਧਰ ਕੇ। ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ। ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ। ਸੱਕਿਆਂ ਭਰਾਵਾਂ ਵਾਂਗੂ ਯਾਰਾਂ ਵਿੱਚ ਖੜੀਏ, ਨਿੱਕੀ ਨਿੱਕੀ ਗੱਲ ਉੱਤੇ ਕਦੇ ਵੀ ਨਾ ਲੜੀਏ। ਸੱਕਿਆਂ ਭਰਾਵਾਂ ਵਾਂਗੂ ਯਾਰਾਂ ਵਿੱਚ ਖੜੀਏ, ਨਿੱਕੀ ਨਿੱਕੀ ਗੱਲ ਉੱਤੇ ਕਦੇ ਵੀ ਨਾ ਲੜੀਏ। ਐਵੇਂ ਮਿਲਣਾ ਕਿ ਲੋਕਾਂ ਨਾਲ ਲੜਾਈਆਂ ਕਰਕੇ, ਐਵੇਂ ਮਿਲਣਾ ਕਿ ਲੋਕਾਂ ਨਾਲ ਲੜਾਈਆਂ ਕਰਕੇ। ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ। ਉੱਚਾ ਕਰ ਦਿਓ ਨਾਮ ਤੁਸੀਂ ਮਾਪਿਆਂ ਦਾ ਚੰਗੀਆਂ ਪੜ੍ਹਾਈਆਂ ਕਰਕੇ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਮੈਂ ਬਰਨ ਕੌਰ ਮਾਨ। ਸਾਡਾ ਅੱਜ ਦਾ ਵਿਸ਼ਾ ਹੈ ਕਿ 21ਵੀਂ ਸਦੀ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਲਈ ਲੋੜੀਂਦੇ ਜੀਵਨ ਹੁਨਰ ਕੀ ਨੇ, ਵਧੀਆ ਲਾਈਫ ਸਕਿੱਲ ਕੀ ਨੇ, ਤੇ ਡਾਕਟਰ ਜਸਦੀਪ ਕੌਰ ਸਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਨੇ, ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਆਪਾਂ ਗਾਣੇ ਤੋਂ ਪਹਿਲਾਂ ਇੱਕ ਗੱਲਬਾਤ ਕਰ ਰਹੇ ਸੀ ਕਛੂਏ ਦੀ। ਤੁਸੀਂ ਕਿਹਾ ਕਿ ਉਹ ਕਹਾਣੀ ਦਾ ਇੱਕ ਚੌਥਾ ਵਰਜ਼ਨ ਫੇਰ ਹੈਗਾ ਜਿਹੜਾ ਸਾਨੂੰ ਬਹੁਤ ਵੱਡੀ ਸੇਧ ਦੇਗਾ। ਹੁਣ ਉਹ ਕੀ ਹੈ? ਹੁਣ ਦੱਸੋ ਕੌਣ ਜਿੱਤਿਆ? ਹਾਂਜੀ, ਹੁਣ 4th ਕਿਉਂਕਿ 3rd ਰਾਉਂਡ ਵਿੱਚ ਕਛੂਆ ਫਿਰ ਜਿੱਤ ਗਿਆ ਸੀ ਤੇ ਖਰਗੋਸ਼ ਤੇ ਕਛੂਆ ਹੁਣ ਤੱਕ ਕਾਫੀ ਅੱਛੇ ਫਰੈਂਡਸ ਬਣ ਗਏ ਸੀ ਤੇ ਦੋਨਾਂ ਨੇ ਹੱਥ ਮਿਲਾ ਲਏ ਤੇ ਖਰਗੋਸ਼ ਕਹਿੰਦਾ ਹੁਣ ਇੱਕ ਲਾਸਟ ਦੌੜ ਮੈਂ ਤੇਰੇ ਨਾਲ ਲਾਣਾ ਚਾਹੁੰਦਾ, ਮਗਰ ਹੁਣ ਮੇਰੀ ਚੱਲੇਗੀ। ਕਛੂਆ ਕਹਿੰਦਾ ਉਹ ਕਿੱਦਾਂ? ਕਹਿੰਦਾ ਦੇਖ ਭਰਾਵਾ, ਤੈਨੂੰ ਪਾਣੀ 'ਚ ਤੈਰਨਾ ਆਉਂਦਾ ਹੈ ਤੇ ਮੈਨੂੰ ਜ਼ਮੀਨ ਤੇ ਬਹੁਤ ਤੇਜ਼ ਦੌੜਨਾ ਆਉਂਦਾ ਹੈ, ਤੇ ਹੁਣ ਅਸੀਂ ਕੀ ਕਰਦੇ ਹਾਂ ਕਿ ਜਿਹੜਾ ਜ਼ਮੀਨ ਵਾਲਾ ਰਸਤਾ ਹੈ ਨਾ ਉਹ ਮੈਂ ਤੈਨੂੰ ਆਪਣੀ ਪਿੱਠ ਤੇ ਚੁੱਕ ਕੇ ਦੌੜ ਜਾਊਂਗਾ ਤੇ ਜਦੋਂ ਅਸੀਂ ਤਲਾਬ ਦੇ ਨੇੜੇ ਪਹੁੰਚਾਂਗੇ ਤੂੰ ਮੈਨੂੰ ਆਪਣੀ ਪਿੱਠ ਤੇ ਚੱਕ ਲਈ
ਤੇ ਅਸੀਂ ਤਲਾਅ ਦਾ ਰਸਤਾ ਉਦਾਂ ਪਾਰ ਕਰ ਲਾਂਗੇ। ਇਸ ਤੋਂ ਕੀ ਪਤਾ ਚੱਲਦਾ ਹੈ ਕਿ ਜੇ ਅਸੀਂ ਟੀਮ ਵਿੱਚ ਕੰਮ ਕਰੀਏ, ਇਕਜੁੱਟ ਹੋ ਕੇ ਕੰਮ ਕਰੀਏ ਤੇ ਸਫਲਤਾ ਸਿਰਫ ਸਾਡੀ ਹੀ ਹੋਏਗੀ। ਖਰਗੋਸ਼ ਨੇ ਭਾਰ ਝੱਲ ਲਿਆ ਹੋ ਕਛੂਏ ਦਾ? ਹਾਂ, ਛੋਟਾ ਜਿਹਾ ਸੀ ਨਾ ਕਛੂਆ। ਤੇ ਮਤਲਬ ਇੱਕ ਛੋਟੀ ਜੀ ਖਰਗੋਸ਼ ਤੇ ਕਛੂਏ ਦੀ ਕਹਾਣੀ ਨਾਲ ਅਸੀਂ 4 ਲਾਈਫ ਸਕਿੱਲਸ ਬੱਚਿਆਂ ਵਿੱਚ ਪੈਦਾ ਕਰ ਸਕਦੇ ਹਾਂ। ਬਿਲਕੁਲ। ਇੱਕ ਕਿ ਅਸੀਂ ਓਵਰ ਕੌਨਫੀਡੈਂਟ ਨਾ ਹੋਈਏ। ਦੂਸਰਾ, ਜੇ ਅਸੀਂ ਆਪਣਾ ਮਨ ਬਣਾ ਲਈਏ ਤੇ ਆਪਣੀ ਸਟਰੈਂਥ ਤੇ ਹਾਰਡ ਵਰਕ ਕਰਦੇ ਰਹੀਏ, ਸਾਨੂੰ ਕੋਈ ਨਹੀਂ ਹਰਾ ਸਕਦਾ। ਬਿਲਕੁਲ। ਤੀਸਰਾ, ਜੇ ਸਾਡੇ ਵਿੱਚ ਕੋਈ ਲਿਮਿਟੇਸ਼ਨ ਜਾਂ ਵੀਕਨੈਸ ਹੈ ਵੀ, ਜੇ ਅਸੀਂ ਆਪਣਾ ਪ੍ਰੈਜ਼ੈਂਸ ਆਫ ਮਾਈਂਡ ਔਰ ਹਿੰਮਤ ਨਾ ਹਾਰੀਏ, ਹੌਸਲਾ ਨਾ ਹਾਰੀਏ, ਜਿਹਨੂੰ ਅਸੀਂ ਕਹਿੰਦੇ ਆਤਮ ਵਿਸ਼ਵਾਸ, ਸੈਲਫ ਕੌਨਫੀਡੈਂਸ ਨਾ ਹਾਰੀਏ, ਤੇ ਅਸੀਂ ਡਿਫਿਕਲਟ ਤੋਂ ਡਿਫਿਕਲਟ ਸਿਚੁਏਸ਼ਨ ਵਿੱਚ ਸਕਸੈਸਫੁਲ ਹੋ ਸਕਦੇ ਹਾਂ, ਜਿਸ ਤਰ੍ਹਾਂ ਕਛੂਏ ਨੇ ਕੀਤਾ। ਬਿਲਕੁਲ। ਔਰ ਐਂਡ ਵਿੱਚ ਟੀਮ ਵਰਕ ਵਿੱਚ ਕੰਮ ਕਰਨ ਨਾਲ ਅਸੀਂ ਇੱਕ ਦੂਜੇ ਦੇ ਪਲੱਸ ਪੁਆਇੰਟਸ ਨੂੰ ਯੂਜ਼ ਕਰਕੇ ਹਮੇਸ਼ਾ ਜਿੱਤ ਜਾਂਦੇ ਹਾਂ। ਬਿਲਕੁਲ, ਇਹ ਨਿੱਕੀਆਂ ਨਿੱਕੀਆਂ ਕਹਾਣੀਆਂ ਬੱਚਿਆਂ ਦੇ ਜੀਵਨ ਦੇ ਹੁਨਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਨੇ ਨਾ, ਜਿੱਦਾਂ ਏਕਤਾ ਦੇ ਵਿੱਚ ਬਲ ਹੈ। ਇਦਾਂ ਦੀਆਂ ਸਾਰੀਆਂ ਕਹਾਣੀਆਂ ਆਪਾਂ ਪੜ੍ਹੀਆਂ ਨੇ। ਪ੍ਰੋਗਰਾਮ ਗੱਲਾਂ ਤੇ ਗੀਤ ਇਵੇਂ ਹੀ ਚੱਲਦਾ ਰਹੇਗਾ। ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ। घर में मेहमान आने वाले हैं। मेहमान नहीं यार, मैं आज किसी से नहीं मिल सकता, मेरे बालों को तो देखो। वाह, कौन हो तुम? I'm Godrej Air Power Pocket. You smell nice. गोदरेज एयर पावर पॉकेट, इसकी पावर जेट टेक्नोलॉजी रखे बाथरूम खुशबूदार पूरे 30 दिनों तक। अब तो ये मेहमान कभी नहीं जाएंगे यार। पहला कमजोरी होवेगी, फिर बुखार, फिर ब्लड टेस्ट। पर तू डरी ना, मम्मी तेनू भी हॉस्पिटल ले जाणगे। डैडी नू मच्छर ने कटिया सी ना, हुण उस नू भी डेंगू होवेगा। ਟੈਡੀ ਨੂੰ ਬੋਲ ਦੇ, ਹੁਣ ਇਸ ਘਰ ਵਿੱਚ ਕਿਸੇ ਨੂੰ ਡੇਂਗੂ ਨਹੀਂ ਹੋਵੇਗਾ। ਕਾਲਾ ਹਿੱਟ, ਇਹ ਮੱਛਰਾਂ ਨੂੰ ਮਾਰ ਡਿਗਾਏ ਅਤੇ ਡੇਂਗੂ ਤੋਂ ਬਚਾਏ। ਕਾਲਾ ਹਿੱਟ। हैंड वॉश ऐड है ना, एक डॉक्टर होगा, एक छोटा बच्चा जिससे 2 गंदे हाथ ਅਤੇ एक सुपर स्मार्ट मम्मी है ना। चलो हैंड वॉश दो। अरे ये तो सैशे है। मैम ਇਹ ਸੈਸ਼ੇ ਹੀ ਹੈਂਡ ਵਾਸ਼ ਹੈ। ਇਸ ਦੇ ਮੈਜੀਕਲ ਪਾਊਡਰ ਨੂੰ ਪਾਣੀ ਵਿੱਚ ਮਿਲਾਓ, ਸ਼ੇਕ ਕਰੋ ਅਤੇ ਸਾਬਣ ਦੀ ਕੀਮਤ ਵਿੱਚ ਗੋਦਰੇਜ ਮੈਜਿਕ ਹੈਂਡ ਵਾਸ਼ ਤਿਆਰ। ਨਾਓ ਦੈਟਸ ਮੈਜਿਕ। ਗੱਲਾਂ ਤੇ ਗੀਤ। ਡਾਕਟਰ ਜਸਦੀਪ ਜੀ, ਹੁਣ ਨਾ ਆਪਾਂ ਗੱਲ ਕਰਦੇ ਆ ਕਿ ਤਣਾਅ ਪ੍ਰਬੰਧਨ ਇਹ ਕਿਵੇਂ ਹੋ ਸਕਦਾ ਹੈ? ਤਣਾਅ ਪ੍ਰਬੰਧਨ ਮਤਲਬ ਸਟ੍ਰੈਸ ਮੈਨੇਜਮੈਂਟ। ਦੇਖੋ, ਅਸੀਂ ਜ਼ਿੰਦਗੀ ਵਿੱਚ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ ਕਿ ਅਸੀਂ ਬਹੁਤ ਚੰਗੀ ਤਰ੍ਹਾਂ ਹਰ ਇੱਕ ਸਿਚੁਏਸ਼ਨ ਨੂੰ ਹੈਂਡਲ ਕਰਾਂਗੇ, ਮਗਰ ਕਿਤੇ ਨਾ ਕਿਤੇ ਸਾਨੂੰ ਸਟ੍ਰੈਸ ਹੋ ਹੀ ਜਾਂਦਾ ਹੈ, ਤਣਾਅ ਹੋ ਹੀ ਜਾਂਦਾ ਹੈ। ਤੇ ਅੱਜ ਕੱਲ੍ਹ ਤਾਂ ਸਟੂਡੈਂਟਸ ਨੂੰ ਵੀ ਤਣਾਅ ਦੇਖਿਆ ਗਿਆ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੰਪੈਰੀਜ਼ਨ ਔਰ ਕੰਪੀਟੀਸ਼ਨ, ਉਹਨਾਂ ਨੂੰ ਫਸਟ ਆਉਣ ਦੀ ਇੱਕ ਜਿਹੜੀ ਹੌੜ ਲੱਗੀ ਹੋਈ ਹੈ, ਉਸ ਕਰਕੇ ਕਿਧਰੇ ਨਾ ਕਿਧਰੇ ਉਹ ਸਟ੍ਰੈਸਫੁਲ ਹੋ ਜਾਂਦੇ ਨੇ। ਨਾ ਜਦੋਂ ਇੱਕ ਬੱਚੇ ਨੂੰ ਜਾਂ ਇੱਕ ਇੰਡੀਵਿਜੂਅਲ ਨੂੰ ਸਟ੍ਰੈਸ ਹੈ, ਤਣਾਅ ਹੈ, ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੈ? ਕਮਿਊਨੀਕੇਟ ਕਰਨਾ, ਗੱਲ ਕਰਨਾ। ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੁਣੀਏ। ਜੀ, ਜਿਸ ਤਰ੍ਹਾਂ ਮੈਂ ਕਿਹਾ ਸੀ, ਕਮਿਊਨੀਕੇਸ਼ਨ ਇਜ਼ ਨਾਟ ਕਿ ਤੁਸੀਂ ਹਮੇਸ਼ਾ ਬੋਲੀ ਜਾਓ। ਦੂਜੇ ਦੀ ਗੱਲ ਨੂੰ ਸੁਣਨਾ, ਉਹਦੇ ਪੁਆਇੰਟ ਆਫ ਵਿਊ ਨੂੰ ਸਮਝਣਾ ਵੀ ਕਮਿਊਨੀਕੇਸ਼ਨ ਹੈ। ਇਫੈਕਟਿਵ ਕਮਿਊਨੀਕੇਸ਼ਨ ਐਕਚੁਅਲੀ ਚ ਉਹੀ ਹੈ। ਨਾਲ ਕਮਿਊਨੀਕੇਟ ਕਰਨ ਨਾਲ ਤੁਸੀਂ ਕਹਿੰਦੇ ਨੇ 2 heads are better than 1, ਹਮੇਸ਼ਾ ਕੋਈ ਨਾ ਕੋਈ ਨਵੀਂ ਵਿਉਂਤੀ ਨਿਕਲ ਕੇ ਆਉਂਦੀ ਹੈ। ਨਾਲ ਇੱਕ ਜਿਹੜਾ ਭਾਰ ਹੈ ਨਾ, ਉਹ ਹੌਲਾ ਹੋ ਜਾਂਦਾ ਹੈ। ਜਿਸ ਤਰ੍ਹਾਂ ਹੀਰੋ ਹਾਰਟ DMC ਲੁਧਿਆਣੇ ਦੇ ਵਿੱਚ ਮੈਂ ਪੜ੍ਹਿਆ ਸੀ, ਉੱਥੇ ਲਿਖਿਆ ਸੀ, ਖੋਲ ਲਿਆ ਹੋਤਾ ਦਿਲ ਅਗਰ ਯਾਰੋਂ ਕੇ ਸਾਥ तो खोलना ना पड़ता औजारों के साथ। तो बहुत जरूरी है कि ਤੁਹਾਡੀ ਜ਼ਿੰਦਗੀ ਵਿੱਚ ਕੋਈ ਇੱਕ ਐਸਾ ਫਰੈਂਡ ਹੋਵੇ, ਬੇਸ਼ੱਕ ਤੁਸੀਂ ਆਪਣੇ ਪੇਰੈਂਟਸ ਨਾਲ ਸ਼ੇਅਰ ਕਰੋ, ਆਪਣੇ ਬ੍ਰਦਰ ਸਿਸਟਰਸ ਨਾਲ ਸ਼ੇਅਰ ਕਰੋ, ਜਾਂ ਆਪਣੇ ਕਿਸੇ ਫਰੈਂਡ ਨਾਲ ਸ਼ੇਅਰ ਕਰੋ। ਸ਼ੇਅਰਿੰਗ ਜ਼ਰੂਰ ਹੋਣੀ ਚਾਹੀਦੀ ਹੈ। ਮੈਂ ਇੱਕ ਇਹ ਵੀ ਚੀਜ਼ ਦੇਖੀ ਹੈ ਕਿ ਬੱਚਿਆਂ ਦੇ ਬੋਝ ਨੂੰ ਮਾਪੇ ਬੋਝ ਹੀ ਨਹੀਂ ਸਮਝਦੇ। ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਜੇ ਅਸੀਂ ਕਮਾਈ ਕਰ ਰਹੇ ਹਾਂ, ਸਾਨੂੰ ਘਰ 'ਚ ਦਿੱਕਤਾਂ ਨੇ, ਉਹੀ ਬੋਝ ਨੇ। ਕਿ ਤੁਹਾਨੂੰ ਫੀਸ ਮਿਲਦੀ ਪਈ ਹੈ, ਤੁਹਾਨੂੰ ਰੋਟੀ ਪਾਣੀ ਟਾਈਮ ਤੇ ਮਿਲਦਾ ਪਿਆ, ਤੁਹਾਨੂੰ ਆਉਣ ਜਾਣ ਨੂੰ ਸਹੂਲਤਾਂ ਦਿੱਤੀਆਂ, ਤੁਹਾਨੂੰ ਕਾਹਦਾ ਬੋਝ ਹੈ? ਇਸ ਚੀਜ਼ 'ਚੋਂ ਬੱਚੇ ਬਹੁਤ ਗੁਜ਼ਰਦੇ ਨੇ। ਦੇਖੀਏ, ਅੱਛਾ ਟੀਚਰ ਜਾਂ ਅੱਛਾ ਪੈਰੈਂਟ ਹੋਈ ਹੈ ਜਿਹੜਾ ਬੱਚੇ ਦੇ ਲੈਵਲ ਤੇ ਜਾ ਕੇ ਸਮਝ ਸਕੇ, ਉਹਦੀ ਲੈਵਲ ਤੇ ਜਾ ਕੇ ਉਹਦੀ ਚਿੰਤਾ ਸਮਝੀ ਜਾ ਸਕੇ ਕਿ ਉਹਨੂੰ ਕਿਸ ਚੀਜ਼ ਦੀ ਚਿੰਤਾ ਹੈ। ਉਹਨੂੰ ਤੇ ਹੁਣ ਰੋਟੀ ਕਮਾਉਣ ਦੀ ਚਿੰਤਾ ਨਹੀਂ ਹੋਏਗੀ ਨਾ, ਉਹਨੂੰ ਤੇ ਇਹੀ ਚਿੰਤਾ ਹੋਏਗੀ ਕਿ ਮੇਰੇ ਮੈਥਸ 'ਚ ਨੰਬਰ ਨਹੀਂ ਆਏ, ਜਾਂ ਕੱਲ ਮੇਰੇ ਸਿੰਗਿੰਗ ਕੰਪੀਟੀਸ਼ਨ ਹੈ, ਉਹਦਾ ਮੈਨੂੰ ਗਾਣਾ ਨਹੀਂ ਯਾਦ। ਜੀ, ਅਸੀਂ ਬੱਚਿਆਂ ਦੇ ਲੈਵਲ ਤੇ ਜਾ ਕੇ ਉਹਨਾਂ ਦੀ ਗੱਲ ਨੂੰ ਉਹੀ ਸਮਝਣਾ ਹੈ, ਸੁਣਨਾ ਹੈ। ਉਹਨਾਂ ਨੂੰ ਕੁਝ ਐਸੀਆਂ ਚੀਜ਼ਾਂ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਸੀ, ਕਿ ਉਹਨਾਂ ਨੂੰ ਪ੍ਰਿਪੇਅਰ ਕਰੋ ਕਿ ਆਪਣੇ ਕਦੀ ਕਦੀ ਹਾਰ ਜਾਣ ਤਾਂ ਵੀ ਕੋਈ ਗੱਲ ਨਹੀਂ, ਕੋਈ ਜ਼ਰੂਰੀ ਨਹੀਂ ਹੈ ਹਮੇਸ਼ਾ ਫਸਟ ਹੀ ਆਣਾ। ਕਦੀ ਕਦੀ ਕਿਸੇ ਹੋਰ ਨੂੰ ਵੀ ਫਸਟ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ। ਹਮੇਸ਼ਾ ਉਹ ਬੋਝ ਨਹੀਂ ਹੋਣਾ ਚਾਹੀਦਾ ਕਿ ਮੈਂ ਫਸਟ ਹੀ ਆਣਾ। ਬਿਲਕੁਲ ਠੀਕ ਹੈ। ਤੇ ਉਹ ਮਾਈਂਡ ਵਿੱਚ ਸਟ੍ਰੈਸ ਨਹੀਂ ਹੋਣਾ ਚਾਹੀਦਾ ਕਿ ਜੇ ਮੈਂ ਫਸਟ ਨਾ ਆਇਆ ਨਾ ਆਈ ਤਾਂ ਮੇਰੇ ਪੇਰੈਂਟਸ ਮੈਨੂੰ ਬਹੁਤ ਗੁੱਸਾ ਕਰਨਗੇ, ਬਹੁਤ ਡਾਂਟਣਗੇ।
ਉਹਨਾਂ ਨੂੰ ਥੋੜਾ ਗੈਜਟਸ ਤੋਂ ਪਰੇ ਰੱਖੋ। ਮਤਲਬ ਅੱਜ ਕੱਲ ਇਟ ਇਜ਼ ਵੈਰੀ ਡਿਫਿਕਲਟ ਆਫਟਰ ਕਰੋਨਾ ਤੇ ਬੱਚੇ ਬਹੁਤ ਜ਼ਿਆਦਾ ਮੋਬਾਈਲਸ, ਟੈਬਸ, ਲੈਪਟਾਪਸ ਵਿੱਚ ਵੜੇ ਹੀ ਰਹਿੰਦੇ ਆ। ਉਹਨਾਂ ਨੂੰ ਉਹਦੇ ਚੋਂ ਕੱਢੋ, ਮਗਰ ਉਹਦੇ ਵਾਸਤੇ ਬਹੁਤ ਇੰਪੋਰਟੈਂਟ ਚੀਜ਼ ਹੈ, ਤੁਹਾਨੂੰ ਆਪ ਵੀ ਛੋੜਨਾ ਪਏਗਾ। ਬਿਲਕੁਲ। ਸਪੈਂਡ ਕੁਆਲਿਟੀ ਟਾਈਮ ਵਿਦ them। ਉਹਨਾਂ ਵਾਸਤੇ ਤੁਹਾਡੇ ਪੈਸੇ ਹੀ ਸਿਰਫ ਜ਼ਰੂਰੀ ਨਹੀਂ ਹੈਗੇ। ਤੁਸੀਂ ਉਹਨਾਂ ਨੂੰ 1000-2000 ਦੀ ਚੀਜ਼ ਲੈਤੀ, ਉਹ ਇਨਫ ਨਹੀਂ ਹੈ। ਉਹਨਾਂ ਨਾਲ ਟਾਈਮ ਸਪੈਂਡ ਕਰੋ, ਉਹਨਾਂ ਦੀ ਏਜ ਦੇ ਅਕੋਰਡਿੰਗ ਐਕਟੀਵਿਟੀਜ਼ ਕਰਕੇ। ਜੇ ਬੱਚਾ ਛੋਟਾ ਹੈ ਉਹਦੇ ਨਾਲ ਪਾਰਕ ਵਿੱਚ ਖੇਡੋ, ਉਹਦੀ ਗੱਲ ਸੁਣੋ, ਉਹਦੇ ਨਾਲ ਰਾਈਮਸ ਪੜੋ। ਜੇ ਥੋੜਾ ਵੱਡਾ ਹੈ ਉਹਨੂੰ ਮੈਡੀਟੇਸ਼ਨ ਵੱਲ ਲੈ ਕੇ ਜਾਓ, ਯੋਗਾ ਕਰੋ, ਸੈਰ ਤੇ ਲੈ ਜਾਓ, ਮੂਵੀ ਵਿੱਚ ਲੈ ਜਾਓ। ਚਲੋ ਮੂਵੀ ਨਾ ਸਹੀ, ਇੱਕ ਮਾਲ 'ਚ ਘੁੰਮਣ ਲੈ ਜਾਓ, ਪਾਰਕ 'ਚ ਘੁੰਮਣ ਲੈ ਜਾਓ। ਉਹਨਾਂ ਦੇ ਲੈਵਲ ਤੇ ਜਾ ਕੇ ਗੱਲ ਕਰਨੀ ਪਏਗੀ। ਬੱਚਿਆਂ ਨੂੰ ਬੱਚਿਆਂ ਦੇ ਹਿਸਾਬ ਦੇ ਨਾਲ ਸੋਚੀਏ, ਆਪਣੇ ਹਿਸਾਬ ਨਾਲ ਨਾ ਸੋਚੀਏ ਕਿ ਸਾਨੂੰ ਤਾਂ ਟੈਨਸ਼ਨ ਆਨੇ ਤਾਂ ਬੱਚਿਆਂ ਨੂੰ ਆਹ ਟੈਨਸ਼ਨ ਕਿਉਂ ਹੈ। ਬਿਲਕੁਲ। ਹੁਣ ਅਸੀਂ ਇਹ ਵੀ ਦੇਖਿਆ ਨਾ ਕਿ ਹੁਨਰ ਜ਼ਿਆਦਾ ਫੋਨ ਦਾ ਹੀ ਆ ਗਿਆ ਬੱਚਿਆਂ 'ਚ, ਕੰਪਿਊਟਰ ਚਲਾਉਣ ਦਾ। ਸਾਡੇ ਤੋਂ ਜ਼ਿਆਦਾ ਆਉਂਦਾ ਹੈ। ਆਊਟਡੋਰ ਹੁਨਰ ਘਟ ਗਏ ਬੱਚਿਆਂ ਦੇ। ਸੋਸ਼ਲ ਸਕਿੱਲਸ ਜਿਹਨੂੰ ਅਸੀਂ ਕਹਿੰਦੇ ਆ, ਖੇਡਣ ਦਾ ਉਹਨਾਂ ਨੂੰ ਕਿਸੇ ਨਾ ਕਿਸੇ ਸਪੋਰਟਸ ਵਿੱਚ ਇਨਵੋਲਵ ਕਰੋ। ਬੈਡਮਿੰਟਨ, ਵਾਲੀਬਾਲ, ਐਨੀਥਿੰਗ। ਉਹਨਾਂ ਦੀ ਫਿਜ਼ੀਕਲ ਡਿਵੈਲਪਮੈਂਟ ਵਾਸਤੇ ਵੀ ਠੀਕ ਹੈ ਤੇ ਨਾਲ ਮੈਂਟਲ ਹੈਲਥ ਵਾਸਤੇ ਵੀ ਜ਼ਰੂਰੀ ਹੈ। ਇੱਕ ਵਾਰੀ ਡਾਇਵਰਜਨ ਹੋ ਜਾਏਗੀ ਨਾ ਉਹਨਾਂ ਦੀ ਸਟ੍ਰੈਸ ਤੋਂ, ਤਣਾਅ ਤੋਂ, ਪੜ੍ਹਾਈ ਤੋਂ, ਬੋਰੀਅਤ ਵੀ ਤਾਂ ਹੋ ਜਾਂਦੀ ਹੈ। ਉਹਨਾਂ ਨੂੰ ਪਤਾ ਨਹੀਂ ਚੱਲਦਾ ਮਗਰ ਹੋ ਜਾਂਦੀ ਹੈ। ਟਾਈਮ ਮੈਨੇਜਮੈਂਟ ਇੱਕ ਵਧੀਆ ਸਮਾਂ ਸਾਰਣੀ, ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਉੱਤੇ ਇਸ ਹੁਨਰ ਨੂੰ ਲੈ ਕੇ ਕਮੀ ਪਾਈ ਜਾਂਦੀ ਹੈ ਕਿ ਉਹਨਾਂ ਤੋਂ ਆਪਣਾ ਸਮਾਂ ਸਾਰਣੀ, ਟਾਈਮ ਟੇਬਲ ਪ੍ਰੋਪਰ ਤਰੀਕੇ ਨਾਲ ਨਹੀਂ ਬਣਦਾ। ਇਹਦੇ ਤੇ ਕੀ ਕਹੋਗੇ? ਟਾਈਮ ਮੈਨੇਜਮੈਂਟ, ਸਮਾਂ ਪ੍ਰਬੰਧਨ ਬਹੁਤ ਜ਼ਿਆਦਾ ਜ਼ਰੂਰੀ ਹੈ, ਮਗਰ ਇਹਦੇ ਵਿੱਚ ਫਿਰ ਗਾਈਡੈਂਸ ਪੇਰੈਂਟਸ ਔਰ ਟੀਚਰਸ ਨੇ ਹੀ ਦੇਣੀ ਹੈ ਜੀ। ਜਿਸ ਤਰ੍ਹਾਂ ਅਸੀਂ ਕਹਿੰਦੇ ਨਾ ਕਿ ਸਭ ਤੋਂ ਪਹਿਲੇ ਸਭ ਤੋਂ ਮੁਸ਼ਕਿਲ ਵਿਸ਼ੇ ਨਾਲ ਸ਼ੁਰੂ ਕਰੋ। ਡਿਫਿਕਲਟ ਸਬਜੈਕਟ ਸਭ ਤੋਂ ਪਹਿਲੇ ਆਪਣੀ ਇੱਕ ਲਿਸਟ ਬਣਾ ਲਓ ਕਿ ਮੇਰੇ ਕਿੰਨੇ ਕੰਮ ਨੇ ਤੇ ਉਹਨਾਂ ਦੀ ਪ੍ਰਾਇੋਰਿਟੀਜ਼ ਸੈੱਟ ਕਰ ਲਓ ਕਿ ਨੰਬਰ 1 ਤੇ ਕੀ ਕਰਨਾ ਹੈ, ਮੈਥਸ। ਫਿਰ ਉਹਦੇ ਤੋਂ ਬ੍ਰੇਕ ਲੈਣ ਲਈ ਇੰਗਲਿਸ਼ ਕਰਨੀ ਹੈ ਨੰਬਰ 2 ਤੇ। ਨੰਬਰ 3 ਤੇ ਫਿਰ ਥੋੜਾ ਜਿਹਾ ਡਿਫਿਕਲਟ ਵਿਗਿਆਨ ਜਾਂ ਸਾਇੰਸ ਨੂੰ ਰੱਖ ਲਿਆ ਜਾਵੇ। ਉਹਨਾਂ ਨੂੰ ਗਾਈਡੈਂਸ ਦੇਣੀ ਜ਼ਰੂਰੀ ਹੈ ਤੇ ਨਾਲ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਨਾ ਕਿ 15 ਮਿੰਟਸ ਦੀ ਬ੍ਰੇਕ ਲੈ ਲਓ 2 ਵਿਸ਼ੇ ਪੜ੍ਹਨ ਤੋਂ ਪਹਿਲੇ। ਲਗਾਤਾਰ ਬੈਠ ਕੇ ਪੜ੍ਹਨਾ, ਆਲ ਵਰਕ ਐਂਡ ਨੋ ਪਲੇ, ਤੁਹਾਨੂੰ ਪਤਾ ਹੈ ਕਿ ਇਹਦੇ ਨਾਲ ਨੁਕਸਾਨ ਹੀ ਹੋਏਗਾ ਔਰ ਬੋਰੀਅਤ ਨਾਲ ਫਿਰ ਇੰਨਾ ਪ੍ਰੋਡਕਟਿਵਿਟੀ ਨਹੀਂ ਹੁੰਦੀ। ਕਿਉਂਕਿ ਦੇਖਿਆ ਨਾ ਬੱਚੇ ਬਸ ਆਉਂਦੇ ਆ, ਮਸ਼ੀਨ ਜੇ ਬਣਾਤੇ ਅਸੀਂ ਨਾ ਆਪਣੇ ਬੱਚੇ। ਸਕੂਲ ਬੱਸ 'ਚ ਉਤਰੇ, ਟਿਊਸ਼ਨ ਬਹਿ ਗਏ, ਟਿਊਸ਼ਨ 'ਚ ਉਤਰੇ, ਘਰ ਆ ਕੇ ਪੜ੍ਹਨਾ, ਘਰ ਆ ਕੇ ਸਵੇਰ। ਕਦੇ ਕਦੇ ਲੱਗਦਾ ਹੁੰਦਾ ਕਿ ਬੱਚੇ ਅੱਜ ਦੀ ਤਰੀਕ ਦੇ ਵਿੱਚ ਸਿਰਫ ਬ੍ਰਸ਼ ਕਰਨ ਘਰੇ ਆਉਂਦੇ ਨੇ, ਰੋਬੋਟਿਕ ਜਿਹਾ ਹੋ ਗਿਆ, ਰੋਬੋਟਿਕ ਜਿਹੇ ਹੋ ਗਏ ਨੇ। ਇਹ ਵਧੀਆ ਟਾਈਮ ਮੈਨੇਜਮੈਂਟ ਬੱਚਿਆਂ ਦੇ ਅੰਦਰ ਹੁਨਰ ਪੈਦਾ ਕਰੂਗੀ। ਬਿਲਕੁਲ। ਬ੍ਰੇਕ ਲੈਣ ਤੇ ਨਾਲ ਦੂਜਿਆਂ ਨਾਲ ਕਮਿਊਨੀਕੇਟ ਕਰਨ, ਸੋਸ਼ਲੀ ਇੰਟਰੈਕਟ ਕਰਨ। ਉਹਨਾਂ ਨੂੰ ਕਿਤੇ ਬਾਹਰ ਹਰ ਰੋਜ਼ ਪਾਰਕ ਲੈ ਜਾਓ, ਗੁਰਦੁਆਰੇ ਮੱਥਾ ਟੇਕੋ। ਇੱਕ ਕਹਿੰਦੇ ਨੈਤਿਕਤਾ ਵੀ ਤਾਂ ਜ਼ਰੂਰੀ ਹੈ, ਕਿਸੇ ਇੱਕ ਇਸ਼ਟ ਨਾਲ ਜੁੜਨਾ ਵੀ ਤਾਂ ਜ਼ਰੂਰੀ ਹੈ। ਮੇਕ ਗ੍ਰੈਟੀਟਿਊਡ ਯੋਰ ਐਟੀਟਿਊਡ, ਥੈਂਕਫੁਲਨੈਸ, ਸ਼ੁਕਰਾਨਾ, ਇਹ ਬਹੁਤ ਜ਼ਰੂਰੀ ਹੈ। ਮਨੀ ਹੈ ਨਾ, ਮਨੀ ਮੈਨੇਜਿੰਗ ਜੀ, ਫਾਈਨੈਂਸ਼ੀਅਲ ਲਿਟਰੇਸੀ ਜਿਹਨੂੰ ਕਹਿੰਦੇ ਆ। ਇਹ ਛੋਟੇ ਬੱਚੇ ਤਾਂ ਚਲੋ ਚੌਥੀ ਪੰਜਵੀਂ ਤੱਕ ਤਾਂ ਕੀ ਕਰਨਗੇ ਹੈ ਨਾ। ਫਿਰ ਆਪਾਂ ਇਹ ਵੀ ਸੋਚ ਲਿੱਤਾ ਇਹ ਤਾਂ ਹਲੇ ਪੜ੍ਹਦੇ, ਇਹਨਾਂ ਨੂੰ ਪੈਸੇ ਦੀ ਸਾਂਭ ਸੰਭਾਲ ਦੱਸਣੀ ਕਿਉਂ ਜ਼ਰੂਰੀ ਹੈ। 2 ਤਰੀਕੇ ਦੇ ਪੇਰੈਂਟਸ ਦੇਖੇ ਨੇ ਮੈਂ। ਇੱਕ ਤਾਂ ਕਹਿੰਦੇ ਨੇ ਕਿ ਬੱਚੇ ਨੂੰ ਬਚਪਨ 'ਚ ਹੀ ਸਿਖਾ ਦਿਓ ਕਿ ਪੈਸਾ ਕਿਸ ਹਿਸਾਬ ਦੇ ਨਾਲ ਖਰਚਣਾ ਚਾਹੀਦਾ। ਦੂਸਰੇ ਕਹਿੰਦੇ ਨੇ ਹਲੇ ਇਹਨਾਂ ਨੂੰ ਦੱਸਣ ਦੀ ਕੀ ਲੋੜ ਆ। ਹੁਣ ਇੱਥੇ ਤੁਸੀਂ ਕੀ ਕਹੋਗੇ, ਇਹ ਜੀਵਨ ਹੁਨਰ ਨਾਲ ਕਿਵੇਂ ਜੁੜੇਗਾ? ਦੇਖੋ, ਫਾਈਨੈਂਸ਼ੀਅਲ ਲਿਟਰੇਸੀ ਜਾਂ ਜਿਹਨੂੰ ਅਸੀਂ ਕਹਿੰਦੇ ਹਾਂ ਵਿੱਤੀ ਸਾਖਰਤਾ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਤਾਂ CBSE ਨੇ ਵੀ ਕੁਝ ਇਨੀਸ਼ੀਏਟਿਵਸ ਲਏ ਨੇ ਜਿਸ ਵਿੱਚ ਉਹਨਾਂ ਨੇ ਸਕਿੱਲ ਸਬਜੈਕਟਸ ਨੂੰ ਇੰਟਰੋਡਿਊਸ ਕਰਤਾ 9th ਲੈਵਲ ਵਿੱਚ। ਉਹਨਾਂ ਵਿੱਚ ਇੱਕ ਫਾਈਨੈਂਸ਼ੀਅਲ ਮੈਨੇਜਮੈਂਟ ਵੀ ਹੈ, ਜਿਹੜੀ ਕਿ ਫਾਈਨੈਂਸ਼ੀਅਲ ਮੈਨੇਜਮੈਂਟ ਮੈਨੂੰ ਲੱਗਦਾ ਹੈ ਕਾਫੀ ਜ਼ਿਆਦਾ ਜ਼ਰੂਰੀ ਹੈ ਜੀ। ਬੱਚਿਆਂ ਨੂੰ ਪੈਸੇ ਦੀ ਇਹ ਨਹੀਂ ਕਿ ਬਿਲਕੁਲ ਇੱਕ ਪੈਸੇ ਬਾਰੇ ਪਤਾ ਹੋਣਾ ਚਾਹੀਦਾ ਹੈ, ਬਟ ਉਹਨਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਪੈਸੇ ਦੀ ਵੈਲਿਊ ਕੀ ਹੈ ਤੇ ਕੱਲ ਜਦੋਂ ਉਹਨਾਂ ਨੇ ਵੱਡੇ ਹੋ ਜਾਣਾ ਤੇ ਉਹਨਾਂ ਨੇ ਪੈਸੇ ਕਮਾਣੇ ਆ ਤੇ ਉਹਨੂੰ ਇਨਵੈਸਟ ਕਿੱਦਾਂ ਕਰਨਾ ਹੈ, ਉਹਨੂੰ ਸੰਭਾਲ ਕਿੱਦਾਂ ਕਰਨੀ ਹੈ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ। ਇਸ ਤੋਂ ਹੀ ਮੈਨੂੰ ਇੱਕ ਗੱਲ ਯਾਦ ਆਈ। ਇੱਕ ਸਾਡੇ ਟੀਚਰ ਹੁੰਦੇ ਸੀ ਜਦੋਂ ਮੈਂ ਸਕੂਲ ਪੜ੍ਹਦੀ ਸੀ ਇੰਗਲਿਸ਼ ਤੇ, ਉਹਨਾਂ ਨੇ ਇੱਕ ਬੜੀ ਵਧੀਆ ਗੱਲ ਸੁਣਾਈ ਸੀ ਕਿ ਕਹਿੰਦੇ ਮੈਂ ਆਪਣੇ ਬੱਚਿਆਂ ਦੀ ਡਿਊਟੀ ਲਾਈ ਹੋਈ ਹੈ ਜੀ। ਹਰ ਮਹੀਨੇ ਕਹਿੰਦੇ ਇੱਕ ਬੇਟਾ ਇੱਕ ਬੇਟੀ ਸੀ ਉਹਨਾਂ ਦੇ, ਕਿ ਇੱਕ ਮਹੀਨਾ ਉਹਨਾਂ ਦਾ ਬੇਟੇ ਨੂੰ ਏਦਾਂ ਦੇ ਦਿੰਦੇ ਸੀ ਕਿ ਬਈ ਇਹ 2000 ਰੁਪਏ ਤੂੰ ਜਾ ਕੇ ਕਰਿਆਨਾ ਲੈ ਕੇ ਆਣਾ। ਅੱਛਾ। ਤੇ ਆਹ ਦਾਲਾਂ, ਆਹ ਮਸਾਲੇ ਲੈ ਕੇ ਆਣੇ ਤੇ ਇਹਨਾਂ 2000 ਰੁਪਿਆਂ ਵਿੱਚ ਸਾਡਾ ਯੂਜੂਅਲੀ ਜੇ ਕਹਿ ਲਓ 1500 ਬਿੱਲ ਬਣਦਾ ਹੈ ਤੇ 2000 ਦੇਤਾ ਕਿ ਤੂੰ ਆਪ ਡਿਸੀਜਨ ਲੈਣਾ ਉੱਥੇ ਕਿ ਕਿਹੜੀ ਚੀਜ਼ ਮਤਲਬ ਮੈਨੇਜ ਕਰਕੇ ਆਣੇ ਸਾਰੇ ਫਾਈਨੈਂਸਿਸ। ਹੁਣ ਜਦ ਤੱਕ ਪੇਰੈਂਟਸ ਬੱਚਿਆਂ ਨੂੰ ਮੌਕਾ ਨਹੀਂ ਦੇਣਗੇ ਕੋਈ ਡਿਸੀਜਨ ਲੈਣ ਦਾ ਤੇ ਉਹ ਐਕਸਪੈਕਟ ਕਰਨਗੇ ਕਿ ਲਾਈਫ ਦੇ ਵੱਡੇ ਵੱਡੇ ਉਹ ਡਿਸੀਜਨਸ ਲੈ ਜਾਣ, ਇਦਾਂ ਨਹੀਂ ਹੋਏਗਾ।
ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਇਹ ਗੱਲ ਤੁਹਾਡੀ ਮੈਂ ਵਿੱਚ ਰੋਕ ਰਹੀ ਹਾਂ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ, ਅਸੀਂ ਕਹਿੰਦਾ ਕਿ ਸਾਰੀ ਉਮਰ ਚਾਹ ਪੱਤੀਆਂ ਹੀ ਖਰੀਦਣੀਆਂ, ਦਾਲਾਂ ਹੀ ਖਰੀਦਣੀਆਂ, ਹੱਲੇ ਨਾ ਤੇ ਬੋਝ ਨਾ ਪਾਈਏ। ਨਹੀਂ ਬੋਝ ਵਾਂਗ ਨਹੀਂ, ਪ੍ਰੈਕਟਿਸ ਤੇ ਟ੍ਰੇਨਿੰਗ ਵਾਂਗ ਗੱਲ ਹੋ ਰਹੀ ਹੈ, ਅਸੀਂ ਤਾਂ ਜੋ ਬੱਚਿਆਂ ਨੂੰ ਕੱਲ ਨੂੰ ਕੁਝ ਕਰਨਾ ਪਵੇ ਤੇ ਉਹਨਾਂ ਨੂੰ ਪਤਾ ਹੋਵੇ। ਬਿਲਕੁਲ ਜਦੋਂ ਅਸੀਂ ਕਹਿੰਦੇ ਆ ਨਾ ਕਿ ਪ੍ਰੈਕਟਿਸ ਨਾਲ ਹੀ ਜੀ ਕੰਮ ਹੋਣੇ, ਪਹਾੜਾ ਆਉਂਦਾ ਤੈਨੂੰ 2 ਦਾ 12 ਦਾ 20 ਦਾ 18 ਦਾ, ਉਹ ਕਿੱਦਾਂ ਆਇਆ? ਕਿਉਂਕਿ ਸਾਰੀ ਡਰਿਲ ਔਰ ਪ੍ਰੈਕਟਿਸ ਹੋਈ ਸੀ ਬਚਪਨ ਦੇ ਦੌਰਾਨ। ਅਸੀਂ ਜਿੰਨੀਆਂ ਇੰਪੋਰਟੈਂਟ ਲਾਈਫ ਸਕਿੱਲਸ ਦੀ ਗੱਲ ਕੀਤੀ ਹੈ ਨਾ, ਜੋ ਕੋਈ ਵੀ ਲਾਈਫ ਸਕਿੱਲ ਸਕੂਲਸ ਵਿੱਚ ਨਹੀਂ ਸਿਖਾਈ ਜਾਂਦੀ, ਮਗਰ ਬਾਅਦ ਚੋਂ ਐਕਸਪੈਕਟ ਬਹੁਤ ਕੀਤਾ ਜਾਂਦਾ ਕਿ ਤੈਨੂੰ ਤੇ ਇੰਪੋਰਟੈਂਟ ਡਿਸੀਜਨ ਹੀ ਨਹੀਂ ਲੈਣਾ ਆਇਆ, ਤੈਨੂੰ ਤਾਂ ਆਪਣੇ ਫਾਈਨੈਂਸਿਸ ਹੀ ਨਹੀਂ ਸੰਭਾਲਣੇ ਆਏ। ਮਗਰ ਤੁਸੀਂ ਉਹਨੂੰ ਮੌਕਾ ਦਿੱਤਾ ਕਿ ਤੂੰ ਜਾ ਕੇ 5 ਰੁਪਏ ਦੀ 50 ਰੁਪਏ ਦੀ 500 ਰੁਪਏ ਦੀ ਚੀਜ਼ ਆਪ ਖਰੀਦਿਆ। ਜਦ ਤੱਕ ਤੁਸੀਂ ਉਹਨੂੰ ਮੌਕਾ ਨਹੀਂ ਦਿਓਗੇ, ਉਹ ਕੱਲ ਕਿੱਦਾਂ ਸਫਲ ਹੋਏਗਾ? ਇਸ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦਈਏ ਤਾਂ ਕਿ ਛੋਟੇ-ਮੋਟੇ ਨੁਕਸਾਨ ਤੇ ਚਲੋ ਝੱਲੇ ਜਾਣਗੇ, ਲਾਈਫ ਵਿੱਚ ਵੱਡੇ ਨਹੀਂ ਝੱਲੇ ਜਾਣੇ। ਮੈਥ, ਇੰਗਲਿਸ਼, ਸਾਇੰਸ, ਇਹ ਸਾਰੀਆਂ ਚੀਜ਼ਾਂ ਸਕੂਲ ਦੇ ਵਿੱਚ ਪੜ੍ਹਨ ਦੇ ਨਾਲ ਕਾਲਜ ਦੇ ਵਿੱਚ ਵੀ ਪੜ੍ਹਨ ਦੇ ਨਾਲ ਆਪਾਂ ਕਾਲਜ ਦੇ ਬੱਚਿਆਂ ਨੂੰ ਵੀ ਵਿੱਚ ਇਨਵੋਲਵ ਕਰ ਸਕਦੇ ਹਾਂ। ਇਹ ਜਿਹੜੇ ਜੀਵਨ ਹੁਨਰ ਨੇ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੇ ਹੈ, ਪਰ ਇਹ ਵੀ ਤਾਂ ਹੋਏਗਾ ਨਾ ਕਿ ਛੋਟੇ ਬੱਚਿਆਂ ਦੇ ਲਈ ਕਿਹੜੇ ਜੀਵਨ ਹੁਨਰ ਹੋ ਸਕਦੇ ਆ ਉਮਰ ਦੇ ਹਿਸਾਬ ਦੇ ਨਾਲ, 10ਵੀਂ ਤੱਕ ਕਿਹੜੇ, ਕਾਲਜ ਲੈਵਲ ਦੇ ਕਿਹੜੇ। ਐਕਚੁਅਲੀ ਇਹ ਅਸੀਂ ਗੱਲ ਕੀਤੀ ਸੀ ਹੁਣੇ ਕਿ ਨਰਸਰੀ ਵਾਲੇ ਬੱਚਿਆਂ ਲਈ ਸਾਨੂੰ ਪੇਸ਼ੈਂਸ, ਰਿਸਪੌਂਸਿਬਿਲਿਟੀ, ਹਮਦਰਦੀ, ਆਤਮ ਵਿਸ਼ਵਾਸ, ਇਹੋ ਜਿਹੇ ਹੁਨਰ ਦੀ ਲੋੜ ਹੈ। ਜਾਂ ਤੁਹਾਨੂੰ ਯਾਦ ਹੋਏਗਾ ਜੋ ਛੋਟਾ ਜਿਹਾ ਬੱਚਾ ਸਕੂਲੋਂ ਆਉਂਦਾ ਵੜ ਕਹਿੰਦਾ ਮੰਮਾ ਮੈਨੂੰ ਨਾ ਸਟਾਰ ਦਿੱਤਾ ਮੈਮ ਨੇ, ਉਹਨਾਂ ਨੇ ਸਮਾਈਲੀ ਲਾਈ ਹੈ। ਉਹ ਸਮਾਈਲੀ ਕਿਉਂ ਲਾਈ ਸੀ? ਤਾਂ ਕਿ ਜਿਹੜਾ ਤੂੰ ਚੰਗਾ ਕੰਮ ਕੀਤਾ ਹੈ ਨਾ, ਤੈਨੂੰ ਕੌਨਫੀਡੈਂਸ ਦੇਣ ਲਈ, ਆਤਮ ਵਿਸ਼ਵਾਸ ਪੈਦਾ ਕਰਨ ਲਈ। ਹੁਣ 9ਵੀਂ ਦੇ ਬੱਚੇ ਤੇ ਆ ਜਾਓ, ਉਹਨਾਂ ਨੂੰ ਅਸੀਂ ਇਨਫੋਰਮੇਸ਼ਨ ਟੈਕਨੋਲੋਜੀ, ਡਿਜ਼ਾਈਨ ਥਿੰਕਿੰਗ ਤੇ ਆ ਫਾਈਨੈਂਸ਼ੀਅਲ ਲਿਟਰੇਸੀ ਸਿਖਾਉਂਦੇ ਆ। ਇਸ ਲਈ ਉਮਰ ਦੇ ਹਿਸਾਬ ਨਾਲ ਅਸੀਂ ਲਾਈਫ ਸਕਿੱਲਸ ਸਿਖਾ ਸਕਦੇ ਹਾਂ ਤੇ ਸਿਖਾਣੀਆਂ ਚਾਹੀਦੀਆਂ ਵੀ ਨੇ। ਬਿਲਕੁਲ, ਜਦੋਂ ਅਸੀਂ ਬੱਚਿਆਂ ਦੇ ਅੰਦਰ ਇਹ ਜੀਵਨ ਹੁਨਰ ਭਰਦੇ ਆ, ਤੁਸੀਂ ਅਕਸਰ ਦੇਖਿਆ ਹੋਣਾ, ਤੁਸੀਂ ਬੱਚਿਆਂ ਦੇ ਅੰਦਰ ਆਤਮ ਵਿਸ਼ਵਾਸ ਪੈਦਾ ਹੁੰਦਾ ਕਦੇ ਦੇਖਿਆ? ਕੋਈ ਬੱਚਾ ਦੇਖਿਆ ਜਿਹਦੇ ਨਾਲ ਤੁਸੀਂ ਪਰਸਨਲੀ ਜਾਂ ਆਪਣੇ ਸਾਹਮਣੇ ਤੁਹਾਡੇ ਕੋਈ ਐਗਜ਼ਾਮਪਲ ਹੋਵੇ, ਉਹਨੂੰ ਤੁਸੀਂ ਲਾਈਫ ਸਕਿੱਲਸ ਸਿਖਾਏ ਤਾਂ ਬਹੁਤ ਮੋਟੀਵੇਟ ਹੋਇਆ ਹੋਵੇ, ਉਤਸ਼ਾਹਿਤ ਹੋਇਆ ਹੋਵੇ? ਬਿਲਕੁਲ ਦੇਖਿਏ, ਆਪਣੀ ਜ਼ਿੰਦਗੀ ਵਿੱਚ ਮੈਂ ਐਸੇ ਸਟੂਡੈਂਟਸ ਦੇਖੇ ਜਿਨ੍ਹਾਂ ਨੇ ਕਦੀ ਸਟੇਜ ਤੇ ਚੜ੍ਹ ਕੇ ਨਹੀਂ ਸੀ ਦੇਖਿਆ। ਅੱਛਾ ਜੀ। ਕਿ ਉਹਨਾਂ ਨੂੰ ਬੋਲਣ ਤੋਂ ਇੰਨਾ ਡਰ ਲੱਗਦਾ ਸੀ ਕਿ ਉਹ ਸਟੇਜ ਤੇ ਜਾਂਦੇ ਹੀ ਨਹੀਂ ਸੀ, ਤੇ ਉਹਨਾਂ ਨੂੰ ਇੰਨਾ ਮੋਟੀਵੇਟ ਕੀਤਾ ਗਿਆ ਟੀਚਰਸ ਦੁਆਰਾ। ਅਸੀਂ ਕਾਲਜ ਦੇ ਟੀਚਰਸ ਨੇ ਇੰਨਾ ਮੋਟੀਵੇਟ ਕੀਤਾ ਕਿ ਉਹ ਨੈਸ਼ਨਲ ਲੈਵਲ ਦੇ ਡਿਬੇਟਰ ਵੀ ਬਣ ਗਏ ਬੱਚੇ, ਤੇ ਜਿੱਤ ਕੇ ਵੀ ਆਏ। ਇਸ ਲਈ ਮੋਟੀਵੇਸ਼ਨ ਨਾਲ ਅਸੀਂ ਜੇ ਬੱਚੇ ਨੂੰ ਜਦੋਂ ਪ੍ਰੋਤਸਾਹਨ ਦਿੰਦੇ ਆ, ਉਹਨਾਂ ਵਿੱਚ ਸੈਲਫ ਕੌਨਫੀਡੈਂਸ ਪੈਦਾ ਕਰਦੇ ਆ, ਤੇ ਦੇ ਕੈਨ ਡੂ ਵੰਡਰਸ। ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਸਕੂਲ ਕਾਲਜ ਬੇਸ ਪੜ੍ਹਨ ਜਾਂਦੇ ਹੋ, ਪੜ੍ਹੋ ਤੇ ਘਰ ਆ ਜਾਓ। ਬਹੁਤ ਸਾਰੇ ਮੈਂ ਦੇਖੇ ਨੇ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਕਹਿ ਦਿੰਦੇ ਖੇਡਾਂ 'ਚ ਨਹੀਂ ਜਾਣਾ, ਹਨਾ, ਕਿਤੇ ਨਹੀਂ ਜਾਣਾ। ਸੋ ਇਹ ਸਾਰੀਆਂ ਚੀਜ਼ਾਂ ਵੀ ਬਹੁਤ ਦੇਖਣ ਨੂੰ ਆਉਂਦੀਆਂ ਨੇ। ਸੋ ਇਸ ਸਵਾਲ ਦੇ ਜਵਾਬ ਦੇ ਨਾਲ ਤੁਸੀਂ ਸੰਦੇਸ਼ ਵੀ ਦੇ ਦਿਓ, ਆਪਣੇ ਕੋਲ 1 ਮਿੰਟ ਹੈ। ਅੱਛਾ ਜੀ, ਨਹੀਂ ਅਸੀਂ ਕੋ-ਕਰਿਕੂਲਰ ਐਕਟੀਵਿਟੀਜ਼, ਸਪੋਰਟਸ ਵਿੱਚ ਬੱਚਿਆਂ ਨੂੰ ਇਨਵੋਲਵ ਕਰਨਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਅਸੀਂ ਸਟ੍ਰੈਸ ਮੈਨੇਜਮੈਂਟ ਦੀ ਗੱਲ ਕੀਤੀ, ਕਿਉਂਕਿ ਬੱਚੇ ਨਾ ਕੇਵਲ ਫਿਜ਼ੀਕਲੀ ਫਿੱਟ ਹੁੰਦੇ ਹੈ, ਉਹਨਾਂ ਦਾ ਮਾਨਸਿਕ ਹੈਲਥ ਵੀ, ਮੈਂਟਲ ਹੈਲਥ ਵੀ ਇੰਪਰੂਵ ਹੁੰਦੀ ਹੈ। ਬਾਕੀ ਪੇਰੈਂਟਸ ਲਈ ਮੈਂ ਇਹੀ ਕਹਾਂਗੀ ਕਿ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਕੁਆਲਿਟੀ ਟਾਈਮ ਸਪੈਂਡ ਕਰੋ, ਉਹਨਾਂ ਨੂੰ ਜ਼ਿੰਦਗੀ ਵਾਸਤੇ ਪ੍ਰਿਪੇਅਰ ਕਰੋ, ਉਹਨਾਂ ਨੂੰ ਲਾਈਫ ਸਕਿੱਲਸ ਵਿੱਚ ਟ੍ਰੇਨਿੰਗ ਦਿਓ, ਉਹਨਾਂ ਨੂੰ ਬਚਪਨ ਤੋਂ ਹੀ ਮੌਕਾ ਦਿਓ ਕਿ ਆਪਣੇ ਛੋਟੇ-ਛੋਟੇ ਡਿਸੀਜਨਸ ਆਪ ਲੈ ਸਕਣ, ਤਾਂ ਕਿ ਵੱਡੇ ਹੋ ਕੇ ਪ੍ਰੋਬਲਮ ਨਾ ਆਵੇ। ਉਹਨਾਂ ਨੂੰ ਫੇਲਿਅਰ ਵਾਸਤੇ ਵੀ, ਅਸਫਲਤਾ ਵਾਸਤੇ ਵੀ ਪ੍ਰਿਪੇਅਰ ਕਰੋ। ਉਹਨਾਂ ਨੂੰ ਕਿਸੇ ਇਸ਼ਟ ਨਾਲ, ਰੱਬ ਨਾਲ ਜੋੜੋ, ਨੈਤਿਕਤਾ ਪੈਦਾ ਕਰੋ। ਕਿਸੇ ਮਹਾਨ ਬੰਦੇ ਨੇ ਕਿਹਾ ਕਿ what matters ਕਿ ਉਹਨਾਂ ਵਾਸਤੇ ਤੁਸੀਂ ਉਹਨਾਂ ਵਿੱਚ ਕੀ ਛੱਡ ਜਾਓਗੇ, ਵੈਲਿਊਜ਼, ਨੈਤਿਕਤਾ। ਇਹ ਮੈਟਰ ਨਹੀਂ ਕਰਦਾ ਕਿ ਕਿੰਨੀ ਜ਼ਮੀਨ ਜਾਇਦਾਦ ਉਹਨਾਂ ਵਾਸਤੇ ਛੱਡ ਜਾਣੀ ਹੈ, ਉਹਨਾਂ ਵਿੱਚ ਨੈਤਿਕਤਾ ਪੈਦਾ ਕਰੋ। ਬਸ ਮੇਰਾ ਇਹੀ ਸੰਦੇਸ਼ ਹੈ। ਬਹੁਤ ਖੂਬ, ਤੇ ਤੁਹਾਡਾ ਬਹੁਤ ਧੰਨਵਾਦ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਆਉਣ ਦੇ ਲਈ। ਪ੍ਰੋਗਰਾਮ ਗੱਲਾਂ ਤੇ ਗੀਤ ਦਾ ਜਿਹੜਾ ਸਮਾਂ ਆ ਇੱਥੇ ਖਤਮ ਹੋ ਰਿਹਾ। ਮੈਨੂੰ ਦਿਓ ਜੀ ਆਗਿਆ। ਤੁਹਾਡਾ ਵੀ ਦਰਸ਼ਕੋ ਬਹੁਤ ਧੰਨਵਾਦ ਜੀ, ਸ਼ੁਕਰੀਆ। ਥੈਂਕ ਯੂ।